ਕਰਤਾਰ 4000 ਇਹ ਮਾਡਲ ਤੋਂ ਆਪਾਂ ਸ਼ੁਰੂਆਤ ਕਰਨੀ ਹੈ। ਇਹ ਕਿਵੇਂ ਵੱਖਰਾ ਇਹ ਦੂਜੀਆਂ ਕੰਬਾਈਨ ਹਾਰਵੈਸਟਰ ਤੋਂ? ਕਰਤਾਰ ਹਾਈਡਰੋ ਪਲੱਸ 4000 ਮਾਡਲ, ਇਹ ਬਿਨਾ ਕਲਚ ਤੋਂ ਮਸ਼ੀਨ ਆਈ ਹੈ ਜੀ, ਬਿਨਾ ਚੇਂਜ। ਇਹ ਜਿਹੜਾ ਸਭ ਤੋਂ ਜ਼ਿਆਦਾ ਖਰਚਾ ਹੈ ਚੀਜ਼ ਦਾ ਅਸੈਂਬਲੀ ਦਾ ਪੈਂਦਾ ਤਾਂ ਆਪਾਂ ਨੂੰ ਬੈਲਟਾਂ ਦਾ ਰੋਡ ਤੇ ਪੈਂਦਾ ਸੀ। ਉਸ ਤੋਂ ਬਾਅਦ ਗਾਰੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਸੀ। ਆਪਾਂ ਨੂੰ ਗਾਰੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਜਿਵੇਂ ਬੈਲਟਾਂ ਲੂਜ਼ ਹੋ ਜਾਂਦੀਆਂ ਸੀ ਆਪਣੀ। ਹੁਣ ਹਾਈਡ੍ਰੋਲਿਕ ਸਿਸਟਮ ਹੋ ਗਿਆ, ਇਹ ਸਭ ਤੋਂ ਵਧੀਆ ਸਿਸਟਮ ਹੋ ਗਿਆ। ਇਹ ਮਨ ਖੁਸ਼ ਹੋ ਗਿਆ ਮੇਰਾ ਦੇਖ ਕੇ ਮਸ਼ੀਨ ਨੂੰ। ਬਿਨਾ ਕਲਚ ਤੋਂ ਇੱਕ ਬੜੀ ਡਿਫਰੈਂਟ ਭਲੇਖਾ ਵੀ ਪੈ ਰਿਹਾ ਆਪਾਂ ਨੂੰ ਫਿਲਹਾਲ, ਹਨਾ। ਇੱਥੇ ਆਪਾਂ ਬੈਠੇ ਆਂ ਤੇ ਆਟੋ ਗੱਡੀਆਂ ਦੀ ਤਰ੍ਹਾਂ, ਆਟੋ ਗੱਡੀਆਂ ਬਿਲਕੁਲ ਉਹੀ ਜੀ ਡੀਲੈਕਸ ਚੀਜ਼ ਆ ਗਈ ਜੀ। ਤੇ ਇੱਕ ਸਿਰਫ ਸਿੰਗਲ ਲੀਵਰ ਮਿਲ ਗਿਆ ਆਪਾਂ ਨੂੰ। ਤੇ ਇਹ ਕਿਵੇਂ ਵਰਕ ਕਰਦਾ ਥੋੜਾ ਜਿਹਾ ਇਹਦੇ ਬਾਰੇ ਡੀਪਲੀ ਸਮਝਾ ਦਿਓ ਸਾਨੂੰ। ਆਪਣੀ ਹੁਣ ਵੀਡੀਓ ਦੇਖਦੇ ਹੋਣਗੇ ਕਈ ਵੀਰਾਂ ਦੇ ਸਵਾਲ ਵੀ ਹੋਊਗਾ ਇਹ ਵਾਲਾ, ਜਿਵੇਂ ਆਪਾਂ ਰੋਡ ਸਪੀਡ ਤੇ ਪਹਿਲਾਂ ਕੰਬਾਈਨ ਲੈ ਕੇ ਜਾਂਦੇ ਸੀ, ਆਪਾਂ ਪੁਲੀ ਛੋਟੀ ਪਾ ਲੈਂਦੇ ਸੀ 10 ਇੰਚੀ ਪੁਲੀ 12 ਇੰਚੀ, ਹਨਾ ਜੀ, ਵੀ ਚਲੋ ਆਪਣਾ ਡੀਜ਼ਲ ਖਰਚਾ ਘੱਟ ਜਾਵੇ। ਇਹਦੇ 'ਚ ਆਪਾਂ ਨੂੰ ਉਦਾਂ ਦੀ ਕੋਈ ਆਪਸ਼ਨ ਮਿਲੇ ਜੀ? YouTube ਤੇ ਫੇਮਸ ਬਾਈ ਨਿੰਦਰ ਦੱਤੋਂ, ਹਨਾ। ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਆਪਣੇ ਨਾਲ ਇਸ ਟਾਈਮ ਅੱਜ ਇਹਨਾਂ ਨੂੰ ਵੀ ਇਨਵਾਈਟ ਕਰਿਆ ਵਾ ਸੀ ਇੱਥੇ, ਹਨਾ, ਕਰਤਾਰ ਵਾਲਿਆਂ ਦੇ। ਤੇ ਬਾਈ ਆਪਾਂ ਇਹਦੇ ਬਾਰੇ ਮਾੜਾ ਜਿਹਾ ਦੱਸਣਾ ਆਪਾਂ ਨੇ। ਤੈਨੂੰ ਕਿਵੇਂ ਲੱਗਦਾ ਸਿਸਟਮ ਪਾਸ ਹੈ? ਸਿਸਟਮ ਬਾਈ ਆਏ ਆਪਾਂ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਤੇ ਇਹ ਅੱਜ ਵਾਲੀ ਵੀਡੀਓ ਪਾਉਣ ਦਾ ਮਕਸਦ ਕਿਉਂ ਹੈ? ਕਰਤਾਰ ਮਸ਼ੀਨਾਂ ਤੁਸੀਂ ਇੱਧਰ ਵੀ ਦੇਖ ਰਹੇ ਹੋ, ਹਨਾ, 4000 ਦੇ ਡਿਫਰੈਂਟ ਮਾਡਲ ਨੇ। ਇਹ ਮਾਡਲ ਤੇ ਆਪਾਂ ਕਿਉਂ ਜ਼ਿਆਦਾ ਫੋਕਸ ਕਰ ਰਹੇ ਹਾਂ, ਇਹਦੀ ਇਹ ਕਿਉਂ ਵੱਖਰਾ, ਇਹ ਸਾਰੀ ਦੀ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਕੰਪਨੀ ਤੋਂ ਸਰ ਨਿਰਮਲ ਜੀ ਨੇ, ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਾਉਂਦੇ। ਸਰ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਮੁਬਾਰਕਾਂ ਜੀ ਤੁਹਾਡੇ ਨਵੇਂ ਮਾਡਲ ਦੀਆਂ, ਹਨਾ। ਜਿਹੜਾ ਨਵਾਂ ਮਾਡਲ ਆਇਆ ਕਰਤਾਰ 4000 ਇਹ ਮਾਡਲ ਤੋਂ ਆਪਾਂ ਸ਼ੁਰੂਆਤ ਕਰਨੀ ਹੈ। ਇਹ ਕਿਵੇਂ ਵੱਖਰਾ ਇਹ ਦੂਜੀਆਂ ਕੰਬਾਈਨ ਹਾਰਵੈਸਟਰ ਤੋਂ? ਇਹ ਬਿਲਕੁਲ ਹੀ ਡਿਫਰੈਂਟ ਹੈ ਜੀ ਦੂਸਰੀ ਮਸ਼ੀਨਾਂ ਤੋਂ। ਜੇ ਆਪਾਂ ਗੱਲ ਕਰ ਲਈਏ ਇਹਦੇ ਕਲਚ ਸਿਸਟਮ ਦੀ ਜੀ, ਤੇ ਇਹਦੇ ਗੇਅਰ ਸਿਸਟਮ ਦੀ ਜੀ, ਇਹਦੇ ਜੋਇਸਟਿਕ ਦੀ ਤਰ੍ਹਾਂ ਜਿਹੜਾ ਹੈਗਾ ਅੱਜ ਕੱਲ ਟਰੈਕ ਕੰਬਾਈਨ ਦੇ ਵਿੱਚ ਆਉਂਦਾ ਜੀ ਜੀ ਜੀ। ਉੱਪਰ ਤੁਸੀਂ ਦਿਖਾਓ ਤੇ ਲੀਵਰ ਸਿਸਟਮ ਲੱਗਾ ਗੇਅਰ ਦੇ ਨਾਲ, ਉੱਪਰ ਰੈੱਡ ਬਟਨ ਤੋਂ ਜੀ। ਮਤਲਬ ਇਹਦੇ ਵਿੱਚੋਂ ਕਲਚ ਆਪਾਂ ਨੇ ਹਟਾ ਦਿੱਤਾ? ਹਾਂਜੀ ਬਿਲਕੁਲ, ਕਲਚ ਸਿਸਟਮ ਇਹਦਾ ਹਟਾਤਾ ਜੀ। 31 75 ਚੇਂਜਰ ਉਹ ਸਿਸਟਮ ਸਾਰਾ ਇਹਦੇ ਵਿੱਚੋਂ ਠੀਕ ਹੈ ਆਪਾਂ ਰਿਮੂਵ ਕਰਤਾ। ਉਹਦੀ ਜਗ੍ਹਾ ਆਪਾਂ ਡਾਇਰੈਕਟ ਜਿਹੜਾ ਹੈਗਾ ਇੰਜਨ ਦੇ ਨਾਲ ਹਾਈਡ੍ਰੋਲਿਕ ਮੋਟਰ ਸਾਈਡ ਕਰਤੀਆਂ ਜੀ। ਹਾਈਡ੍ਰੋਲਿਕ ਮੋਟਰ ਤੋਂ ਜਿਹੜਾ ਹੈਗਾ ਆਪਣਾ ਹਾਈਡ੍ਰੋਲਿਕ ਸਿਸਟਮ ਨੀਚੇ ਗੇਅਰ ਦੇ ਨਾਲ ਇੱਕ ਮੋਟਰ ਲੱਗੀ ਹੈ ਜੀ ਜੀ ਜੀ। ਪੰਪ ਉਹ ਸਪਲਾਈ ਦਿੰਦੇ ਆ। ਓਕੇ, ਮਤਲਬ ਉਹ ਉੱਤੋਂ ਪੰਪ ਆ ਗਿਆ ਸਰ, ਹਨਾ। ਇੰਜਨ ਜਿਹੜਾ ਹੈਗਾ ਪੰਪਾਂ ਨੂੰ ਡਰਾਈਵ ਦਿੰਦਾ। ਠੀਕ ਹੈ। ਪੰਪ ਜਿਹੜਾ ਹਾਈਡ੍ਰੋਲਿਕ ਸਿਸਟਮ ਨਾਲ ਅੱਗੇ ਜਿਹੜਾ ਹੈਗਾ ਗੇਅਰ ਦੇ ਮੋਟਰ ਲਾਈ ਹੋਈ ਹੈ। ਠੀਕ ਹੈ ਜੀ। ਇਹ ਮੋਟਰ ਜਿਹੜੀ ਹੈਗੀ ਆ ਗੇਅਰ ਨੂੰ ਪੂਰੀ ਡਰਾਈਵ ਦਿੰਦੀ ਹੈ। ਗੇਅਰ ਅੱਗੇ ਮਸ਼ੀਨ ਨੂੰ ਚਲਾਉਣ ਦੇ ਵਿੱਚ ਜਿਹੜੀ ਹੈਗੀ ਪੂਰੀ ਆਪਣੀ ਰਨ ਕਰਦਾ, ਆਪਣਾ ਟਾਇਰ ਨੂੰ ਵੀਲ ਨੂੰ ਘੁਮਾਉਂਦਾ। ਠੀਕ ਹੈ ਸਰ। ਉਹਦੇ ਨਾਲ ਕੰਬਾਈਨ ਅੱਗੇ ਚੱਲਦੀ ਹੈ। ਜਿਵੇਂ ਮਤਲਬ ਆਪਾਂ ਪਹਿਲਾਂ, ਹਨਾ, ਇੱਥੋਂ ਇੱਕ ਤਾਂ ਖੁੱਲਮ ਡੁੱਲਾ ਜਿਹਾ ਹੋ ਗਿਆ ਹੱਥ ਫਸਣ ਦਾ, ਹਨਾ ਸਰ। ਤੇ ਨੰਬਰ 2 ਇੱਕ ਹੋਰ ਖਰਚੇ ਤੋਂ ਬਚ ਗਿਆ। ਇਹ ਜਿਹੜਾ ਸਭ ਤੋਂ ਜ਼ਿਆਦਾ ਖਰਚਾ ਹੈ ਚੀਜ਼ ਦਾ ਅਸੈਂਬਲੀ ਦਾ ਪੈਂਦਾ ਤਾਂ ਆਪਾਂ ਨੂੰ ਬੈਲਟਾਂ ਦਾ ਰੋਡ ਤੇ ਪੈਂਦਾ ਸੀ, ਹਨਾ ਜੀ। ਉਸ ਤੋਂ ਬਾਅਦ ਗਾਰੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਸੀ। ਇਹਦੀ ਆਪਾਂ ਨੂੰ ਗਾਰੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਜਿਵੇਂ ਬੈਲਟਾਂ ਲੂਜ਼ ਹੋ ਜਾਂਦੀਆਂ ਸੀ ਆਪਣੀ ਜਾਂ ਇਦਾਂ ਦਾ ਕੁਝ ਵੀ? ਦੇਖੋ ਤੁਸੀਂ ਖੁਦ ਕੰਬਾਈਨ ਚਲਾ ਰਹੇ ਹੋ, ਇੱਕ ਮੈਨੂੰ ਲੱਗਦਾ ਵੀ ਤੁਸੀਂ ਜ਼ਿਆਦਾ ਸਮਝ ਸਕਦੇ ਹੋ ਇਸ ਚੀਜ਼ ਬਾਰੇ ਜੀ। ਤੇ ਮੇਰਾ ਖਿਆਲ ਕਹਿੰਦਾ ਵੀ ਤੁਹਾਡੇ ਹੋਰ ਲਾਗੇ ਜਾ ਕੇ ਕਾਫੀ ਕੰਬਾਈਨਾਂ ਨੇ। ਹਾਂਜੀ। ਇਹਦੇ ਵੱਡੇ ਜਿਹੜੇ ਇਫੈਕਟ ਸੀਗੇ ਜੀ, ਜਿਹੜੀ ਰਿਪੇਅਰ ਤੇ ਮੇਨਟੇਨੈਂਸ ਕੰਬਾਈਨ ਦੀ ਨਿਕਲਦੀ ਹੈ ਉਹ ਜ਼ਿਆਦਾਤਰ ਕਲੱਚ ਦੀ ਹੁੰਦੀ ਸੀ। ਕਲੱਚ ਜਲਦੀ ਝੋਨੇ ਦੇ ਵਿੱਚ ਕੀ ਆ, ਗਿੱਲਾ ਥਾਂ ਹੁੰਦਾ ਸੀ। ਬਾਰਿਸ਼ ਜ਼ਿਆਦਾਤਰ ਪਿਛਲੇ 2-3 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਜੀ। ਤੇ ਝੋਨੇ ਦੇ ਸੀਜ਼ਨ ਟਾਈਮ ਵੀ ਤੇ ਕਣਕ ਦੇ ਸੀਜ਼ਨ ਟਾਈਮ ਵੀ ਬਾਰਿਸ਼ ਹੋ ਜਾਂਦੀ ਹੈ। ਬਾਰਿਸ਼ ਤੋਂ ਬਾਅਦ ਹਾਂ, ਬਾਰਿਸ਼ ਤੋਂ ਬਾਅਦ ਜਿਹੜਾ ਖੇਤ ਥੋੜੇ ਗਿੱਲੇ ਰਹਿੰਦੇ ਆ, ਨਵੀਂ ਰਹਿੰਦੀ ਆ। ਟਾਇਰ ਜਿਹੜਾ ਹੈਗਾ ਮਸ਼ੀਨਾਂ ਦਾ ਦਬ ਕੇ ਚੱਲਦਾ ਸੀ। ਜੀ ਜੀ ਬਿਲਕੁਲ। ਕਾਫੀ ਦੇਰ ਤੋਂ ਸਾਡੇ ਨਾਲ ਜਿਹੜੇ ਮਤਲਬ ਸੂਝਵਾਨ ਕਿਸਾਨ ਨੇ, ਹੋਰ ਅਗਾਂਹ ਵਧਣ ਦੀ ਮਤਲਬ ਇੱਛਾ ਰੱਖਦੇ ਆ ਜੀ ਬਿਲਕੁਲ। ਤੇ ਫਾਰਵਰਡ ਫਾਰਮਰ ਹੈਗੇ, ਉਹਨਾਂ ਨਾਲ ਸਾਡੀ ਲਗਾਤਾਰ ਡਿਸਕਸ ਚੱਲ ਰਹੀ ਸੀ ਇਹਦੇ ਉੱਤੇ ਕਿ ਜੀ ਕੋਈ ਇਸ ਤਰ੍ਹਾਂ ਦਾ ਮਾਡਲ ਤੁਸੀਂ ਸਾਨੂੰ ਪ੍ਰੋਵਾਈਡ ਕਰਾਓ ਜਿਹਦੇ ਵਿੱਚ ਮਤਲਬ ਬੈਲਟਾਂ ਵਾਲਾ ਝੰਜਟ ਹੈ, ਜਿਹੜੀ ਰਿਪੇਅਰਿੰਗ ਦਾ ਖਰਚਾ ਹੈ, ਉਹ ਸਾਨੂੰ ਮਤਲਬ ਇਸ ਚੀਜ਼ ਤੋਂ ਜਿਹੜਾ ਛੁਟਕਾਰਾ ਮਿਲ। ਉਹਨਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਅਸੀਂ ਜਿਹੜਾ ਹੈਗਾ ਮਾਡਲ ਤਿਆਰ ਕੀਤਾ ਜੀ। ਆਲਰੇਡੀ ਅਸੀਂ ਟੈਸਟ ਕਰ ਰਹੇ ਹਾਂ, ਤਕਰੀਬਨ ਪਿਛਲੇ 3 ਸੀਜ਼ਨਾਂ ਤੋਂ ਅਸੀਂ ਟੈਸਟ ਕੀਤਾ ਖੁਦ ਚਲਾ ਕੇ ਜੀ। ਤੇ ਸਾਨੂੰ ਅੱਛੀ ਰਿਪੋਰਟ ਆਈ ਹੈ। ਠੀਕ ਹੈ। ਤੇ ਇਹ ਰਿਪੋਰਟ ਦੇ ਨਾਲ ਹੁਣ ਅੱਜ ਸਾਰੇ ਇੱਥੇ ਅਸੀਂ ਇਹਨੂੰ ਆਫੀਸ਼ੀਅਲੀ ਜਿਹੜਾ ਹੈਗਾ ਲਾਂਚ ਕੀਤਾ ਤੇ ਕਾਫੀ ਕਿਸਾਨਾਂ ਨੇ ਦੇਖਿਆ, ਪਸੰਦ ਕੀਤਾ। ਨਹੀਂ ਬਿਲਕੁਲ ਡਿਫਰੈਂਟ ਜੀ, ਯੂਨੀਕ ਜੀ ਮਤਲਬ ਚੀਜ਼ ਹੈ ਸਰ। ਇਹ ਡੀਲੈਕਸ ਮਾਡਲ ਆ ਜਾਂਦਾ ਜੀ ਆਪਣਾ? ਇਹ ਡੀਲੈਕਸ ਮਾਡਲ ਹੈ ਜੀ। ਇਹਦੇ ਹਾਈਡ੍ਰੋਲਿਕ ਔਗਰ ਹੈਗਾ ਜੀ ਉੱਪਰ, ਜਿਹੜਾ ਆਪਾਂ ਡਿਸਚਾਰਜ ਔਗਰ ਕਹਿੰਦੇ ਆ, ਦਾਣੇ ਕੱਢਣ ਵਾਲਾ, ਉਹ ਤੁਸੀਂ ਦਿਖਾ ਸਕਦੇ ਹੋ। ਹਾਂਜੀ ਹਾਂਜੀ ਸਰ, ਠੀਕ। ਉੱਪਰ ਪ੍ਰੋਪਰ ਇਹਦਾ ਹੈਗਾ ਜੀ। ਆਪਾਂ ਜਿਵੇਂ ਅੱਜ ਕੱਲ ਜ਼ਿਆਦਾ ਵੱਡੇ ਟਿੱਪਰਾਂ ਦੇ ਵਿੱਚ ਆਪਾਂ ਛੋਟੀਆਂ ਟਰਾਲੀਆਂ ਦੇ ਬਿੱਡ ਉੱਚੇ ਹੋ ਜਾਂਦੇ ਆ। ਬਿੱਡ ਉੱਚੇ ਹੋ ਗਏ। ਜੀ ਜੀ ਬਿਲਕੁਲ। ਕਈ ਵਾਰ ਕੀ ਆ, ਮੱਕੀ ਦੇ ਸੀਜ਼ਨ ਕੁਝ ਲੋਕ ਟਿੱਪਰਾਂ ਦੇ ਵਿੱਚ ਦਾਣੇ ਦੇ ਜਾਂ ਕਈ ਵਾਰ ਖੇਤ 'ਚ ਨਹੀਂ ਬਾੜਦੇ, ਕੋਈ ਬਾਹਰ ਦਾਣੇ ਕੱਢਣੇ ਪੈਣੇ ਪਈਆਂ 'ਚ। ਹਾਂਜੀ ਹਾਂ ਬਿਲਕੁਲ। ਡਿਸਚਾਰਜ ਕਰਨਾ ਹੈਗਾ ਗ੍ਰੇਨ, ਜਿਹੜਾ ਆਪਣਾ ਮੱਕੀ ਦੀ ਫਸਲ ਹੈ ਜਾਂ ਕੋਈ ਹੋਰ ਵੀ ਫਸਲ ਹੈ, ਜਾਂ ਕਈ ਵਾਰ ਕੀ ਹੁੰਦਾ ਜੀ ਜਿਵੇਂ ਗਿੱਲਾ ਮਤਲਬ ਖੇਤ ਕੱਟਣਾ, ਇਹਦਾ ਮੇਨ ਪਰਪਸ ਕੀ ਹੈ ਜੀ,
ਜਿਵੇਂ ਤੁਸੀਂ ਗਿੱਲੇ ਦੇ ਵਿੱਚ ਕੰਮ ਕਰ ਰਹੇ ਹੋ, ਝੋਨੇ ਦੇ ਵਿੱਚ ਬਾਰਿਸ਼ ਹੋ ਗਈ, ਹਾਂਜੀ ਗਿੱਲੇ ਦੇ ਵਿੱਚ ਜਦੋਂ ਤੁਸੀਂ ਬੈਲਟ ਵਾਲੀ ਮਸ਼ੀਨ ਨਾਲ ਕੰਮ ਕਰੋਗੇ ਤਾਂ ਬੈਲਟ ਵਾਲੀ ਮਸ਼ੀਨ ਕੰਮ ਨਹੀਂ ਕਰੇਗੀ। ਨਹੀਂ। ਉੱਥੇ ਜਾ ਕੇ ਬੈਲਟਾਂ ਸਲਿੱਪ ਹੋ ਜਾਣਗੀਆਂ, ਸਲਿੱਪ ਹੋ ਜਾਣਗੀਆਂ ਉੱਥੇ ਬਿਲਕੁਲ। ਜਾ ਕੇ ਤੁਹਾਡਾ 25-27 ਲੱਖ ਰੁਪਇਆ ਲਾਇਆ, ਕਈ ਵਾਰੀ ਤੁਹਾਨੂੰ ਇਸ ਚੀਜ਼ ਦਾ ਥੋੜਾ ਅਫਸੋਸ ਹੁੰਦਾ ਵੀ ਯਾਰ ਅਸੀਂ ਇੰਨੇ ਪੈਸੇ ਵੀ ਲਾਇਆ ਪਰ ਸਾਡੀਆਂ ਮਸ਼ੀਨਾਂ ਖੜੀਆਂ ਨੇ ਤੇ ਕੰਮ ਨਹੀਂ ਕਰ ਰਹੀਆਂ। ਉਹਦੇ ਵਿੱਚ ਇਹ ਹੈ ਜੀ, ਇਹ ਮਸ਼ੀਨ ਮਤਲਬ 70 ਤੋਂ 80% ਜਿਹੜਾ ਹੈਗਾ ਗਿੱਲੇ ਏਰੀਏ 'ਚ ਵੀ ਕਵਰ ਕਰੇਗੀ, ਕਵਰ ਕਰੂਗੀ। ਠੀਕ ਕਾਰਨ ਹੈ, ਕੀ ਹੈ, ਇਹਦੇ ਬੈਲਟ ਸਿਸਟਮ ਖਤਮ ਹੋ ਗਿਆ। ਹਾਂਜੀ ਗਿੱਲੇ ਦੇ ਵਿੱਚ ਦੇਖੋ ਕਲੱਚ ਦੀ ਪ੍ਰੋਬਲਮ ਆਉਂਦੀ ਸੀ, ਬਿਲਕੁਲ ਸਭ ਤੋਂ ਬੜੀ ਪ੍ਰੋਬਲਮ ਸੀ ਉਹਦੀ ਕਲੱਚ ਚਲਾ ਜਾਂਦਾ ਸੀ। ਹਾਂਜੀ ਹਾਂਜੀ ਕਲੱਚ ਤੋਂ ਬਾਅਦ ਜੇ ਕਲੱਚ ਕਿਤੇ ਆਪਾਂ ਥੋੜਾ ਜਿਹਾ ਸੈਟਿੰਗ ਕਰਕੇ ਚਲਾਉਂਦੇ ਆ ਜਾਂ ਸੋਚਦੇ ਆ ਕੋਈ ਨਹੀਂ ਕਲੱਚ ਪਲੇਟ ਨਵੀਂ ਪਾ ਲਾਂਗੇ ਤਾਂ ਆਪਾਂ ਨੂੰ ਬੈਲਟਾਂ ਤੇ ਆ ਕੇ ਪ੍ਰੋਬਲਮ ਆ ਜਾਂਦੀ। ਇਹ ਦੋਨੇ ਚੀਜ਼ਾਂ ਇਹਦੇ ਜੋ ਅਸੀਂ ਹੈਗੀਆਂ ਮਤਲਬ ਉਹਨਾਂ ਨੂੰ ਚੇਂਜ ਕਰਕੇ ਮੋਟਰ ਸਿਸਟਮ ਤੇ ਪੰਪ ਸਿਸਟਮ ਲਾਇਆ ਜੀ। ਇਹਦੇ ਨਾਲ ਅਸੀਂ ਜੋ ਪਾਣੀ ਛੱਡ ਕੇ ਵੀ ਆਪਣੇ ਪਰਸਨਲ ਕਈ ਵੀ ਜਣੀ ਪਾਣੀ ਦੀ ਵੀ ਕੋਈ ਦਿੱਕਤ ਨਹੀਂ ਹੈ ਇਹਦੇ ਵਿੱਚ। ਹਾਂ ਮਤਲਬ 70-80% ਤਕਰੀਬਨ ਇਹ ਮਤਲਬ ਗਿੱਲੇ ਦੇ ਵਿੱਚ ਵੀ ਸਕਸੈਸਫੁਲ ਹੈ। ਠੀਕ ਹੈ ਸਰ, ਇਹ ਮਤਲਬ ਆਪਣਾ ਇਹ ਕਿੰਨੇ ਇੰਚੀ ਮਸ਼ੀਨ ਹੈ ਜੀ ਜਿਹੜੀ ਇਹ ਵਾਲਾ ਮਾਡਲ ਆਪਣਾ? ਇਹ ਵੱਡੀ ਮਸ਼ੀਨ ਦੇ ਵਿੱਚ ਵੀ ਅਸੀਂ ਆਪਰੇਟ ਕੀਤਾ ਜੀ। ਇਹ ਮਤਲਬ 12 ਫੁੱਟ ਤੇ 41 ਇੰਚ ਬਾਡੀ ਸਾਈਜ਼ ਜਿਹੜਾ ਹੈਗਾ ਮਸ਼ੀਨ ਆ, ਜਿਹੜੇ ਮਾਡਲ ਦਾ ਆਪਾਂ ਰਿਵਿਊ ਕਰ ਰਹੇ ਹਾਂ ਬਿਲਕੁਲ। ਇਹ ਅਸੀਂ ਮਤਲਬ 51 ਇੰਚੀ ਚ ਵੀ ਦੇ ਰਹੇ ਹਾਂ, ਮਤਲਬ ਜਿਵੇਂ ਦੀ ਕਸਟਮਰ ਰਿਕੁਆਇਰਮੈਂਟ ਕਰਦਾ ਹੈ ਨਾ ਜੀ। ਅਸੀਂ ਜਿਹੜਾ ਟ੍ਰਾਇਲ ਦੋਨੋਂ ਪਾਸ ਕਰ ਲਏ ਜੀ, ਅਸੀਂ ਜਿਹੜਾ ਟ੍ਰਾਇਲ ਕੀਤਾ ਉਹ 51 ਇੰਚ ਚ ਹੀ ਕੀਤਾ। ਓਕੇ ਸਰ, ਠੀਕ ਹੈ ਜੀ। ਇਸ ਮਸ਼ੀਨ ਦੀ ਸਾਨੂੰ ਕੁਝ ਬਾਹਰਲੀਆਂ ਸਟੇਟਾਂ ਤੋਂ ਡਿਮਾਂਡ ਸੀ 41 ਇੰਚ ਦੀ 12 ਫੁੱਟ ਚ। ਇਹ ਅਸੀਂ ਉਹਨਾਂ ਦੀ ਡਿਮਾਂਡ ਤੇ ਲਾ ਕੇ ਦੇ ਰਹੇ ਹਾਂ। ਅੱਜ ਉਹਨਾਂ ਨੂੰ ਮਸ਼ੀਨ ਹੈ ਅਸੀਂ ਥੋੜੀ ਦੇਰ ਬਾਅਦ ਤੁਹਾਡੇ ਸਾਹਮਣੇ ਡਿਲੀਵਰ ਕਰਾਂਗੇ। ਉਹਨਾਂ ਨੂੰ ਜੋ ਸਾਡੇ ਕਿਸਾਨ ਆਇਆ ਉਹਨਾਂ ਨੂੰ ਚਾਬੀ ਦੇਵਾਂਗੇ। ਤੇ ਇਸੇ ਤਰ੍ਹਾਂ ਦੀ ਸਾਨੂੰ ਕਈ ਜਗ੍ਹਾ ਤੋਂ ਡਿਮਾਂਡ ਆ ਰਹੀ ਸੀ। ਕਰਤਾਰ ਦਾ ਤੁਸੀਂ ਇਹ ਜਾਣਦੇ ਹੋ ਵੀ ਕਿ ਫਾਰਮਰ ਦੀ ਜਿਹੜੀ ਹੈਗੀ ਆ ਜ਼ਰੂਰਤ ਨੂੰ ਜੀ ਸਮਝਦੇ ਹੋਏ ਹਮੇਸ਼ਾ ਅਸੀਂ ਉੱਤੇ ਫੋਕਸ ਕੀਤਾ, ਕੰਮ ਕੀਤਾ ਤਾਂ ਕਿ ਜੋ ਕਿਸਾਨ ਦੀਆਂ ਆਉਣ ਵਾਲੇ ਸਮੇਂ 'ਚ ਕੁਝ ਮੁਸ਼ਕਲਾਂ ਨੇ, ਕੁਝ ਪ੍ਰੋਬਲਮ ਨੇ, ਉਹਨਾਂ ਨੂੰ ਅਸੀਂ ਸਟੱਡੀ ਕਰਕੇ ਲਗਾਤਾਰ ਅਸੀਂ ਉਹ 'ਤੇ ਮਤਲਬ ਚਿੰਤਨ ਕਰਦੇ ਹਾਂ, ਉਹਨੂੰ ਵਿਚਾਰਦੇ ਹਾਂ। ਐਮਡੀ ਸਰ ਨਾਲ ਸਾਡੇ ਡਾਇਰੈਕਟਰ ਸਾਹਿਬ ਨੇ ਹਰਮੀਤ ਸਿੰਘ ਜੀ, ਮਨਜੀਤ ਸਿੰਘ ਜੀ, ਸਾਡੇ ਐਮਡੀ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ, ਉਹਨਾਂ ਦੀ ਬੜੀ ਦੇਰ ਅੰਦੇਸੀ ਸੋਚ ਹੈ। ਉਹ ਮਤਲਬ ਹਮੇਸ਼ਾ ਇਹ ਸੋਚਦੇ ਆ ਕਿ ਘੱਟ ਖਰਚੇ ਤੇ ਵੱਧ ਪ੍ਰੋਫਿਟ ਜ਼ਿਮੀਂਦਾਰ ਨੂੰ ਲੰਬਾ ਸਮਾਂ ਚੱਲਣ ਵਾਲੀ ਮਸ਼ੀਨਰੀ ਦਿੱਤੀ ਜਾਵੇ ਜੀ। ਬਿਲਕੁਲ ਭਾਰਤ ਦੇ ਵਿੱਚ ਮਤਲਬ ਕੰਬਾਈਨ ਦੇ ਜਨਮਦਾਤਾ ਦੇ ਨਾਂ ਤੇ ਕਰਤਾਰ ਨੂੰ ਜਾਣਿਆ ਜਾਂਦਾ ਹੈ, ਕਿਉਂਕਿ 1975 ਦੇ ਵਿੱਚ ਜਦੋਂ ਬਾਹਰੋਂ 8 ਲੱਖ 9 ਲੱਖ ਰੁਪਏ ਦੀ ਮਸ਼ੀਨ ਇੰਪੋਰਟ ਕਰਦੇ ਸੀ, ਉਹਨਾਂ ਦਿਨਾਂ ਦੇ ਵਿੱਚ ਸਾਡੇ ਐਮਡੀ ਸਾਹਿਬ ਤੇ ਪੂਰੇ ਪਰਿਵਾਰ ਨੇ ਰਲ ਕੇ ਉਦੋਂ ਇੱਕ ਪਹਿਲੀ ਮਸ਼ੀਨ ਇੰਡੀਆ ਦੇ ਵਿੱਚ ਬਣਾਈ, ਜੋ ਕਿ ਤਕਰੀਬਨ ਮੇਰਾ ਖਿਆਲ 2.5 ਤੋਂ ਲੈ ਕੇ 3 ਲੱਖ ਦੇ ਅੰਦਰ ਉਦੋਂ ਮਸ਼ੀਨ ਕਿਸਾਨ ਨੂੰ ਸਪੁਰਦ ਕੀਤੀ, ਪ੍ਰੋਵਾਈਡ ਹੁੰਦੀ। ਬਹੁਤ ਅਮਾਉਂਟ ਦਾ ਹਿਊਜ ਫਰਕ ਸੀਗਾ, ਬਹੁਤ ਜ਼ਿਆਦਾ। 8-9 ਲੱਖ ਰੁਪਏ ਦੀ ਮਸ਼ੀਨ ਬਾਹਰੋਂ ਇੰਪੋਰਟ ਕਰਦੇ ਸੀ ਜੀ ਜੀ ਜੀ। ਤੇ ਕਈ ਵਾਰੀ ਉਹ ਕੋਈ ਫਾਰਮਰ ਤਾਂ ਕਰ ਨਹੀਂ ਪਾਉਂਦਾ ਸੀ, ਕੋਈ ਸੁਸਾਇਟੀਜ਼ ਵਗੈਰਾ ਜਾਂ ਕੋਈ ਅਦਾਰੇ ਕਰਦੇ ਸੀ। ਉਹ ਫਿਰ ਮਹੀਨਾ ਮੈਨੂੰ ਲੱਗਦਾ ਮੈਂ ਸੁਣਿਆ ਆਪਣੇ ਬਜ਼ੁਰਗਾਂ ਤੋਂ ਕਿ 15-15 20 ਦਿਨ ਸਾਨੂੰ ਵੇਟ ਕਰਨੀ ਪੈਂਦੀ ਸੀ, ਵੇਟ ਕਰਨੀ ਪੈਂਦੀ ਕੰਬਾਈਨ ਫਸਲ ਕਟਾਉਣ ਲਈ। ਤੇ ਉਹ ਚੀਜ਼ਾਂ ਨੂੰ ਦੇਖਦੇ ਅਸੀਂ ਅੱਗੇ ਹੋਰ ਆਪਣੀ ਉਹ ਲਾਈਨ ਨੂੰ ਅੱਗੇ ਤੋਰਦੇ ਹੋਏ ਮਾਡਲ ਲਾਂਚ ਕੀਤਾ। ਨਹੀਂ ਬਿਲਕੁਲ, ਹੋਰ ਕਾਫੀ ਫੀਚਰ ਅਸੀਂ ਐਡ ਆਨ ਕੀਤੇ ਆ। ਜਿਵੇਂ ਇੱਥੇ ਫਲੈਟ ਚੱਲਦਾ ਸੀ, ਹਾਂਜੀ ਫਲੈਟ ਦੀ ਜਗ੍ਹਾ ਤੇ ਤੁਸੀਂ ਇਹ ਬੈਲਟ ਦੇਖੋ ਜੀ, ਬੈਲਟ ਦੇ ਨਾਲ ਅਸੀਂ ਕੰਮ ਕੀਤਾ ਜੀ। ਇੱਥੇ ਫਲੈਟ ਦੇ ਵਿੱਚ ਹੁਣ ਇਹ ਮਤਲਬ ਇੱਥੋਂ ਨਾ ਬੈਲਟਾਂ ਪੈ ਗਈਆਂ, ਇਹ ਉੱਪਰੋਂ ਫਲੈਟ ਦਾ ਕੰਮ ਵੀ ਕਰਦਾ, ਇਹ ਨੀਚੇ ਤੋਂ ਮਤਲਬ ਬੈਲਟਾਂ ਦਾ ਗ੍ਰਿਪ ਆ ਗਿਆ, ਗ੍ਰਿਪ ਜ਼ਿਆਦਾ ਹੋ ਗਿਆ, ਪਲੇਨ ਹੈਗਾ ਜੀ। ਇਹਦੇ ਸਲਿਪਿੰਗ ਦੀ ਪ੍ਰੋਬਲਮ ਖਤਮ ਹੋ ਜਾਏਗੀ। ਜੀ 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 ਉਹਦੇ ਬਿਲਕੁਲ। ਵਿੱਚ ਕੀ ਹੈ, ਜਦੋਂ ਆਪਣੀ ਮਸ਼ੀਨ ਹਾਰਵੈਸਟਿੰਗ ਕਰ ਰਹੀ ਹੈ, ਜਦੋਂ ਕਿਤੇ ਤੁਹਾਡਾ ਜਿਹੜਾ ਹੈਗਾ ਫਲੈਟ ਹੈ ਉਹਨੇ ਸਲਿਪ ਕਰ ਗਿਆ, ਤਾਂ ਸਲਿਪ ਕਰਨ ਦੇ ਨਾਲ ਅਸੈਂਬਲੀ ਤੁਹਾਡੀ ਸਲੋ ਹੋ ਜਾਏਗੀ, ਅਸੈਂਬਲੀ ਦਾ ਜਿਹੜਾ ਹੈਗਾ ਰੋਟੇਸ਼ਨ ਉਹ ਘੱਟ ਹੋ ਜਾਊਗੀ ਜੀ। ਉਹਦੇ ਨਾਲ ਕੀ ਹੁੰਦਾ ਜੀ, ਜਿਹੜਾ ਦਾਣਾ ਗ੍ਰੇਨ ਲਾਸ ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਉਹਦੇ ਨਾਲ ਬਿਲਕੁਲ ਪੈਣੀ ਹੈ ਸਰ। ਉਹਦੇ ਨਾਲ ਹਾਂ ਸਲਿਪਿੰਗ ਹੋਏਗੀ ਤਾਂ ਤੁਹਾਡੀ ਉਹਦੀ ਹੈਗੀ ਆ ਮਤਲਬ ਕਿਤੇ ਨਾ ਕਿਤੇ ਤੁਹਾਨੂੰ ਦਾਣੇ ਦੀ ਪ੍ਰੋਬਲਮ ਆਏਗੀ। ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਸਟੱਡੀ ਕੀਤਾ। ਉਹਦੇ ਲਈ ਅਸੀਂ ਬੀ ਬੈਲਟ ਦੇ ਵਿੱਚ ਇਹ ਉੱਪਰੋਂ ਫਲੈਟ ਦੀ ਤਰ੍ਹਾਂ ਵਰਕ ਕਰਨਾ, ਜਦੋਂ ਆਈਡਲ ਨੇ ਪੁਸ਼ ਕਰਨਾ ਇਹਨੂੰ ਡਾਊਨ ਥੱਲੇ ਨੂੰ ਕਰਨਾ। ਬਿਲਕੁਲ ਉਦਾਂ ਵੀ ਉੱਪਰੋਂ ਪਲੇਨ ਹੈ ਇਹ, ਠੀਕ ਹੈ। ਨੀਚੋਂ ਤੁਸੀਂ ਦੇਖੋਗੇ ਕੱਲੀ ਬੈਲਟ ਨਹੀਂ ਹੈਗੀ। ਹਾਂਜੀ ਹਾਂਜੀ। ਤੇ ਉੱਪਰੋਂ ਫਲੈਟ ਦੀ ਤਰ੍ਹਾਂ ਪੂਰਾ ਕਵਰਡ ਹੈ, ਫਿਰ ਨੀਚੋਂ ਜਿਹੜਾ ਤੁਸੀਂ ਦੇਖੋਗੇ ਬੈਲਟ ਟਾਈਪ ਹੈ। ਬਿਲਕੁਲ ਸਰ। ਤੇ ਆਪਾਂ ਸਰ ਇੰਜਨ ਦੀ ਗੱਲ ਕਰੀਏ, ਇੰਜਨ ਇਹਦੇ ਵਿੱਚ ਕਿਹੜਾ ਆਪਾਂ ਫਿਲਹਾਲ ਇਹਦੇ ਵਿੱਚ ਅਸੀਂ ਦੋ ਤਰ੍ਹਾਂ ਦਾ ਇੰਜਨ ਦੇ ਰਹੇ ਹਾਂ ਜੀ। ਜਿਹੜੀ ਵੱਡੀ ਮਸ਼ੀਨ ਆ ਉਹਦੇ ਚ 133 ਹਾਰਸ ਪਾਵਰ ਹੀਨੋ ਲੇਲੈਂਡ ਹੀਨੋ ਇੰਜਨ ਵੀ ਦੇ ਰਹੇ ਹਾਂ ਜੀ। ਤੇ ਐਜ਼ ਏ ਫਾਰਮਰ ਦੀ ਜੋ ਡਿਮਾਂਡ ਹੈ, ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਜੀ। ਤੇ ਇਹਦੇ ਚ ਇਹ ਅਸੀਂ ਮਸ਼ੀਨ ਜਿਹੜਾ ਆਪਾਂ ਰਿਵਿਊ ਕਰ ਰਹੇ ਹਾਂ, ਇਹਦੇ ਚ 101 ਹਾਰਸ ਪਾਵਰ 101 ਹਾਰਸ ਪਾਵਰ ਅਸ਼ੋਕ ਲੇਲੈਂਡ ਦਾ ਜੀ ਜੀ ਟਰਬੋ ਇੰਜਨ। ਤੇ ਸਰ ਹੁਣ ਆਪਾਂ ਉੱਪਰੋਂ ਇੱਕ ਵਾਰ ਦਿਖਾ ਦਈਏ ਨਾ, ਜਿਵੇਂ ਬਿਨਾ ਕਲੱਚ ਤੋਂ ਇੱਕ ਬੜੀ ਡਿਫਰੈਂਟ ਭਲੇਖਾ ਵੀ ਪੈ ਰਿਹਾ ਆਪਾਂ ਨੂੰ ਫਿਲਹਾਲ, ਹਨਾ ਇੱਥੇ ਆਪਾਂ ਬੈਠੇ ਆਂ ਤੇ ਆਟੋ ਗੱਡੀਆਂ ਦੀ ਤਰ੍ਹਾਂ, ਆਟੋ ਗੱਡੀਆਂ ਬਿਲਕੁਲ ਉਹੀ ਜੀ ਡੀਲੈਕਸ ਚੀਜ਼ ਆ ਗਈ ਜੀ। ਤੇ ਇੱਕ ਸਿਰਫ ਸਿੰਗਲ ਲੀਵਰ ਮਿਲ ਗਿਆ ਆਪਾਂ ਨੂੰ,
ਤੇ ਇਹ ਕਿਵੇਂ ਵਰਕ ਕਰਦਾ, ਥੋੜਾ ਜਿਹਾ ਇਹਦੇ ਬਾਰੇ ਡੀਪਲੀ ਸਮਝਾ ਦਿਓ ਸਾਨੂੰ। ਇਹਦੇ ਸਰ 3 ਜਿਹੜੇ ਹੈਗੇ ਆ, ਇਹ ਡਬਲ ਬਟਨ ਹੈਗਾ ਜੀ। ਜੀ ਜਿਸ ਤਰ੍ਹਾਂ ਇਹ ਕਟਰ ਬਾਰ ਦਾ ਜੋਇਸਟਿਕ ਦੀ ਤਰ੍ਹਾਂ ਕੰਮ ਕਰਦਾ ਜੀ, ਅਪ ਤੇ ਡਾਊਨ। ਅਪ ਤੇ ਡਾਊਨ ਦਾ ਆ ਗਿਆ। ਇੱਕ ਕਟਰ ਬਾਰ ਦਾ ਅਪ ਤੇ ਡਾਊਨ ਆ ਗਿਆ ਜੀ। ਜੀ ਇਹ ਜਿਹੜਾ ਡਿਸਚਾਰਜ ਔਗਰ ਆਪਾਂ ਦੇਖਿਆ ਜੀ ਦਾਣੇ ਕੱਢਣ ਲਈ, ਉਹਨੂੰ ਓਪਨ ਤੇ ਕਲੋਜ਼ ਕਰਨ ਲਈ ਹੈ। ਜੀ ਜੀ, ਮਤਲਬ ਦਾਣੇ ਵਾਲਾ ਔਗਰ ਵੀ ਇਹਦੇ ਨਾਲ ਹੀ ਬੰਦ ਹੋਣਾ। ਦਾਣੇ ਵਾਲਾ ਔਗਰ ਇੱਥੇ ਹੀ ਤੁਸੀਂ ਵਰਕ ਕਰਨਾ ਜੀ। ਤੇ ਇੱਥੇ ਜਿਹੜਾ ਹੈਗਾ ਇੱਕ ਰੀਲ ਦਾ ਅਸੀਂ ਜਿਹੜਾ ਹੈਗਾ ਦਿੱਤਾ ਹੋਇਆ ਜੀ। ਠੀਕ ਹੈ, ਰੀਲ ਨੂੰ ਤੁਸੀਂ ਉੱਪਰ ਨੀਚੇ ਜਿਹੜਾ ਹੈਗਾ ਉਹ ਕਰ ਸਕਦੇ ਹੋ। ਤੇ ਇਹ ਤਿੰਨ ਚੀਜ਼ਾਂ ਆ ਗਈਆਂ। ਅਸੀਂ ਇੱਕ ਨਾਲ ਸੈਪਰੇਟ ਇਹਦੇ ਜੋਇਸਟਿਕ ਦੇ ਵਿੱਚ ਇੱਕ ਜਿਹੜਾ ਅਸੀਂ ਇੱਕ ਹੋਰ ਜਿਹੜਾ ਹੈਗਾ ਫ੍ਰੀ ਬਟਨ ਹੈਗੇ ਆ 2 ਜੀ। ਉਹ ਇਨ ਫਿਊਚਰ ਕੋਈ ਹੋਰ ਨਵੀਂ ਐਡ ਆਨ ਕੋਈ ਚੀਜ਼ ਕਰਨੀ ਹੈ ਉਹ ਵੀ ਅਸੀਂ ਕਰ ਸਕਦੇ ਹਾਂ। ਬਿਲਕੁਲ ਸਰ, ਜਿਵੇਂ ਆਪਾਂ ਹੁਣ ਕਲੱਚ ਨਹੀਂ ਇਹਦੇ ਵਿੱਚ ਹੈ ਨਾ ਸਰ, ਜਿਵੇਂ ਆਪਾਂ ਗੇਅਰਾਂ ਤੋਂ ਵਰਕ ਕਰਨਾ ਹੈ, ਹਾਈ ਲੋ ਵਾਲਾ ਸਿਸਟਮ ਹੁਣ ਇਹਦੇ 'ਚ ਡਿਫਰੈਂਟ ਹੋ ਗਿਆ ਹੈ ਨਾ ਜੀ। ਮਤਲਬ ਇੱਥੋਂ ਹੀ ਹੋਏਗਾ ਜੀ। ਓਕੇ, ਇਸ ਦੇ ਨਾਲ ਆਪਾਂ ਜਿੰਨਾ ਅੱਗੇ ਪੁਸ਼ ਕਰੀ ਜਾਣਾ ਇਹਨੇ ਹਾਈ ਹੋਈ ਜਾਣਾ। ਜਿੰਨਾ ਲੀਵਰ ਤੁਸੀਂ ਅੱਗੇ ਇਹਨੂੰ ਪੁਸ਼ ਕਰੋਗੇ ਉਹ ਉਹਨਾਂ ਹਾਈ ਹੋ ਜਾਏਗਾ ਜੀ। ਉਹਦੀ ਸਪੀਡ ਮਸ਼ੀਨ ਦੀ ਵੱਧਦੀ ਜਾਏਗੀ। ਜਿੰਨਾ ਤੁਸੀਂ ਪਿੱਛੇ ਕਰੀ ਜਾਓਗੇ ਉਨਾ ਹੀ ਇਹਨੇ ਸਲੋ ਹੋ ਜਾਣਾ। ਤੇ ਮਤਲਬ ਇੱਕ ਨਿਊਟਰਲ ਹੋ ਜਾਏਗਾ ਜੀ। ਆਪਣੀ ਹੁਣ ਵੀਡੀਓ ਦੇਖਦੇ ਹੋਣਗੇ, ਕਈ ਵੀਰਾਂ ਦੇ ਸਵਾਲ ਵੀ ਹੋਊਗਾ ਇਹ ਵਾਲਾ, ਜਿਵੇਂ ਆਪਾਂ ਰੋਡ ਸਪੀਡ ਤੇ ਪਹਿਲਾਂ ਕੰਬਾਈਨ ਲੈ ਕੇ ਜਾਂਦੇ ਸੀ, ਆਪਾਂ ਪੁਲੀ ਛੋਟੀ ਪਾ ਲੈਂਦੇ ਸੀ 10 ਇੰਚੀ ਪੁਲੀ 12 ਇੰਚੀ ਹੈ ਨਾ ਜੀ, ਵੀ ਚਲੋ ਆਪਣਾ ਡੀਜ਼ਲ ਖਰਚਾ ਘੱਟ ਜਾਵੇ। ਇਹਦੇ 'ਚ ਆਪਾਂ ਨੂੰ ਉਦਾਂ ਦੀ ਕੋਈ ਆਪਸ਼ਨ ਮਿਲ ਰਹੀ ਹੈ ਜਾਂ ਰੋਡ ਸਪੀਡ ਹੈ ਉਹਨਾਂ ਜਿੰਨੀ ਹੈ? ਇਹਦੇ 'ਚ ਜੀ ਜਿਹੜਾ ਤੁਸੀਂ ਗੇਅਰ ਬਾਕਸ ਦੇਖਿਆ ਨੀਚੇ, ਆਪਾਂ ਗੇਅਰ ਦੀ ਗੱਲ ਨਹੀਂ ਕੀਤੀ। ਇਹਦੇ 'ਚ ਜਿਹੜਾ ਗੇਅਰ ਬਾਕਸ ਹੈ ਜੀ ਉਹ ਟਰੈਕਟਰਾਂ ਦੀ ਤਰ੍ਹਾਂ ਕਨਸਟੈਂਟ ਮੈਸ਼ ਗੇਅਰ ਹੈ ਜੀ। ਕਨਸਟੈਂਟ ਮੈਸ਼ ਹੈ ਹਾਂਜੀ, ਉਹਦੇ 'ਚ ਟੇਪਰ ਦਿੰਦੇ ਆ ਜੀ। 6 ਸਪੀਡ ਗੇਅਰ ਹੈ ਤੇ ਇਹਦੇ 'ਚ ਆਪਾਂ ਨੂੰ 5+1 ਗੇਅਰ ਮਿਲ ਜਾਂਦਾ ਜੀ। ਓਕੇ, ਤੇ 5 ਸਪੀਡ ਫਾਰਵਰਡ ਵਾਲੀਆਂ ਤੇ 1 ਰਿਵਰਸ। 1 ਰਿਵਰਸ। ਹਾਂਜੀ, ਇਹ ਵਰਲਡ ਦੇ ਵਿੱਚ ਅੱਜ ਤੱਕ ਕਿਸੇ ਵੀ ਕੰਬਾਈਨ ਦੇ ਵਿੱਚ 6 ਸਪੀਡ ਗੇਅਰ ਤੁਹਾਨੂੰ ਨਹੀਂ ਮਿਲੇਗਾ ਜੀ। ਜੇਕਰ ਗੇਅਰ ਬਾਕਸ ਹੈਗਾ ਮਲਟੀਨੈਸ਼ਨਲ ਕੰਪਨੀਆਂ ਦੇ ਕੰਬਾਈਨਾਂ ਵਿੱਚ ਵੀ ਤਾਂ 5 ਸਪੀਡ ਤੱਕ ਹੀ ਸੀਮਤ ਹੈ ਜੀ, 4 ਫਾਰਵਰਡ ਤੇ 1 ਰਿਵਰਸ। ਠੀਕ ਹੈ, ਇੰਡੀਆ ਦੀ ਫਸਟ ਕੰਬਾਈਨ ਹੈ ਜਿਹਦੇ ਵਿੱਚ ਤੁਹਾਨੂੰ 6 ਸਪੀਡ ਗੇਅਰ ਮਿਲੇਗਾ। ਠੀਕ ਹੈ ਸਰ। ਤੇ ਇਹਦੇ ਵਿੱਚ ਜੋਇਸਟਿਕ ਵਾਲਾ ਵੀ ਮੇਰੇ ਖਿਆਲ ਹਜੇ ਤੱਕ ਅਸੀਂ ਨਹੀਂ ਕਿਸੇ ਕੰਬਾਈਨ ਦੇ ਵਿੱਚ ਦੇਖਿਆ। ਜੀ ਜੀ, ਇਹ ਵੀ ਬਿਲਕੁਲ ਸਰ ਨਵਾਂ ਗੇਅਰ ਬਾਕਸ ਦੇ ਵਿੱਚ ਸਪੀਡ ਲਈ ਤੁਸੀਂ ਜਿਵੇਂ ਰੋਡ ਦੀ ਗੱਲ ਕਰਦੇ ਹੋ, ਇਹ ਗੇਅਰ ਐਜ ਇਟ ਇਜ਼ ਹੈਗੇ ਆ ਜੀ। ਦੇਖੋ ਇਹ 5 ਹੈਗੇ ਆ ਫਾਰਵਰਡ ਤੇ 1 ਰਿਵਰਸ। 1 ਰਿਵਰਸ ਆ ਗਿਆ। ਇਹਦੇ ਵਿੱਚ ਤੁਸੀਂ ਸਪੀਡ ਦੇ ਵਿੱਚ ਇਹਨੂੰ ਟਾਪ ਗੇਅਰ ਦੇ ਵਿੱਚ ਯੂਜ਼ ਕਰ ਸਕਦੇ ਹੋ। ਠੀਕ ਹੈ ਸਰ। ਜੇ ਥੋੜਾ ਜਿਹਾ ਗਿੱਲਾ ਜ਼ਿਆਦਾ ਤੁਸੀਂ ਫਸਟ ਗੇਅਰ 'ਚ ਯੂਜ਼ ਕਰ ਸਕਦੇ ਹੋ। ਓਕੇ, ਥੋੜੀ ਹੋਰ ਸਪੀਡ ਗੇਅਰ ਉਸੇ ਤਰ੍ਹਾਂ ਕੰਮ ਕਰੇਗਾ। ਗੇਅਰ ਉਸੇ ਤਰ੍ਹਾਂ ਵੀ ਮਤਲਬ ਆਪਾਂ ਉਹ ਲੀਵਰ ਤੇ ਵਰਕ ਕਰਨਾ ਹੈ, ਗੇਅਰ 'ਚ ਪਾ ਕੇ ਖੜਾ ਦੇਣੀ ਹੈ, ਲੀਵਰ ਛੇੜਾਂਗੇ ਆਪਾਂ, ਫਿਰ ਇਹਨੇ ਅੱਗੇ ਮੰਨ ਲਓ ਜਿੰਨੀ ਸਪੀਡ ਤੁਹਾਨੂੰ ਚਾਹੀਦੀ ਆ ਵੱਧ ਘੱਟ, ਠੀਕ ਹੈ ਜੀ, ਉਸ ਤਰ੍ਹਾਂ ਤੁਸੀਂ ਇੱਕ ਵਾਰੀ ਗੇਅਰ ਦੇ ਵਿੱਚ ਪਾ ਦੇਣੀ ਹੈ ਜੀ। ਤੇ ਉਸ ਤੋਂ ਬਾਅਦ ਤੁਸੀਂ ਜਿੰਨੀ ਸਪੀਡ ਲੈਣੀ ਹੈ ਇੱਥੋਂ ਹੀ ਲੈਣੀ ਹੈ। ਇੱਥੋਂ ਹੀ ਲੈਣੀ ਹੈ, ਮੋਟਰ ਤੋਂ ਹੀ ਤੁਹਾਨੂੰ ਸਪੀਡ ਜਿਹੜੀ ਹੈਗੀ ਆ ਅਪ ਡਾਊਨ ਜਿਹੜੀ ਹੁੰਦੀ ਰਹੇਗੀ। ਬਾਕੀ ਮਤਲਬ 2 ਮੀਟਰ ਆਪਣੇ ਅੱਗੇ ਫਰੰਟ 'ਚ ਆ ਗਿਆ ਨਾ। ਟੈਂਪਰੇਚਰ ਤੋਂ ਆਇਲ ਪ੍ਰੈਸ਼ਰ ਮੀਟਰ ਜਿਹੜੇ ਹੈਗੇ ਆ ਜੀ ਫਰੰਟ ਤੇ ਦਿੱਤੇ ਗਏ ਆ, ਤਾਂ ਕਿ ਜਿਹੜਾ ਹੈਗਾ ਡਰਾਈਵਰ ਦੀ ਵਿਜ਼ਿਬਿਲਟੀ ਹਮੇਸ਼ਾ ਜਿਹੜੀ ਕਟਰ ਵਾਰ ਤੇ ਰਹਿੰਦੀ ਹੈ ਤੇ ਕਟਰ ਵਾਰ ਦੇ ਸਾਹਮਣੇ ਡਰਾਈਵਰ ਦੇ ਜੀ ਜਿਹੜਾ ਹੈਗਾ ਰਹੇ। ਅੱਗੇ ਪਿੱਛੇ ਜਿਹੜਾ ਹੈਗਾ ਉਹ ਤੁਸੀਂ ਦੇਖ ਸਕਦੇ ਜੀ। ਤੇ ਬਾਕੀ ਕੈਬਨ ਵਗੈਰਾ ਬੜਾ ਖੁੱਲਾ ਦਿੱਤਾ ਗਿਆ, ਖੁੱਲ੍ਹਮ ਡੁੱਲਾ ਕੈਬਨ ਹੈ ਜੀ। ਤੁਸੀਂ ਜਿਹੜਾ ਹੈਗਾ ਇੱਥੇ ਆਪਣਾ ਕੰਮ ਕਰ ਸਕਦੇ ਹੋ ਜੀ। ਤੇ ਬਾਕੀ ਉਸੇ ਤਰ੍ਹਾਂ ਆ ਗਏ ਜੀ। ਤੇ ਟੈਂਕ ਬਿਲਕੁਲ ਸਾਡਾ ਜਿਹੜਾ ਹੈਗਾ ਓਪਨ ਉੱਪਰੋਂ ਕਵਰ ਕੀਤਾ ਹੋਇਆ ਜੀ ਸਰ। ਠੀਕ ਹੈ, ਹਾਈਡ੍ਰੋਲਿਕ ਜਿਹੜਾ ਡੀਲਕਸ ਦੇ ਵਿੱਚ ਸਾਡਾ ਇਹ ਆ ਗਿਆ ਉੱਪਰ। ਠੀਕ ਹੈ ਜੀ। ਹਾਈਡਰੋ ਪਲੱਸ ਦੇ ਨਾਂ ਤੇ ਇਹਨੂੰ ਅਸੀਂ ਜਿਹੜਾ ਹੈ ਨਵਾਂ ਨਾਮ ਦਿੱਤਾ ਜੀ ਜੀ, ਮਤਲਬ ਇਹ ਹੁਣ ਆਪਣਾ ਹਾਈਡਰੋ ਪਲੱਸ ਦੇ ਨਾਮ ਤੇ ਇਹ ਮਾਡਲ ਆਪਣਾ ਲਾਂਚ ਹੋਇਆ ਜੀ। ਬਾਕੀ ਸਰ ਅੱਜ ਜਿਵੇਂ ਕਰਤਾਰ ਦਾ ਆਪਾਂ ਰਿਵਿਊ ਕਰਿਆ, ਕਿੰਨੀਆਂ ਮਸ਼ੀਨਾਂ ਦੀ ਡਿਲੀਵਰੀ ਅੱਜ ਹੋ ਰਹੀ ਹੈ ਜੀ? ਅੱਜ ਸਰ ਅਸੀਂ ਇਹ ਫੰਕਸ਼ਨ ਦੇ ਥਰੂ ਜਿਹੜਾ ਹੈਗਾ ਤਕਰੀਬਨ 17 ਤੋਂ 18 ਮਸ਼ੀਨਾਂ ਦੀ ਡਿਲੀਵਰੀ ਦੇ ਰਹੇ ਹਾਂ ਜੀ। ਇਹਦੇ ਵਿੱਚ ਵਿਦ ਹਾਈਡਰੋਸਟੈਟਿਕ ਆ ਗਈ, 5 ਸਪੀਡ ਗੇਅਰ ਆ ਗਈਆਂ, 4 ਸਪੀਡ ਗੇਅਰ ਆ ਗਈਆਂ। ਇੱਕ ਸਾਡਾ ਛੋਟਾ ਮਾਡਲ ਜਿਹੜਾ 10 ਫੁੱਟ ਬਲੇਡ ਦੇ ਨਾਲ 36 ਇੰਚ ਦੇ ਵਿੱਚ ਹੈਗਾ ਜੀ, 76 ਹਾਰਸ ਪਾਵਰ ਦੇ ਵਿੱਚ, ਉਹ ਮਹਾਰਾਸ਼ਟਰ ਮਸ਼ੀਨ ਜਾਣੀ ਹੈ ਜੀ। 5 ਮਸ਼ੀਨਾਂ ਸਾਡੀਆਂ ਜਿਹੜੀਆਂ ਹੈਗੀਆਂ ਜੀ ਆਪਣਾ ਪੰਜਾਬ 'ਚ ਜਾ ਰਹੀਆਂ ਅੱਜ ਜੀ, ਤੇ 4 ਮਸ਼ੀਨਾਂ ਜਿਹੜੀਆਂ ਹਰਿਆਣੇ ਜਾ ਰਹੀਆਂ ਜੀ, ਤੇ ਕੁਝ ਮਸ਼ੀਨਾਂ ਸਾਡੀਆਂ ਐਮਪੀ ਜਾ ਰਹੀਆਂ, ਕੁਝ ਮਹਾਰਾਸ਼ਟਰ ਦੀਆਂ ਮਸ਼ੀਨਾਂ। ਤਕਰੀਬਨ ਟੋਟਲ 18 ਮਸ਼ੀਨਾਂ ਜਿਹੜੀਆਂ ਹੈਗੀਆਂ ਅੱਜ ਮਤਲਬ ਜਾ ਰਹੀਆਂ ਨੇ, ਡਿਲੀਵਰ ਕਰ ਰਹੇ ਹਾਂ ਜੀ। ਆਪਾਂ ਸਰ ਇਹਦਾ ਪ੍ਰੋਸੈਸ ਦੀ ਗੱਲ ਕਰੀਏ ਨਾ, ਜਿਵੇਂ ਮਤਲਬ ਖਰੀਦਣ ਵਾਸਤੇ ਇੱਥੇ ਆਉਣਾ ਤਾਂ ਸਭ ਤੋਂ ਬੜੀ ਇੰਨੀ ਅਮਾਉਂਟ ਇਕੱਠੀ ਕਰਨੀ ਮਤਲਬ ਆਮ ਬੰਦੇ ਦੇ ਬਸੋਂ ਬਾਹਰ ਹੈ, ਤਾਂ ਆਪਾਂ ਕਿੰਨਾ ਕਹਿੰਦੇ ਤੇ ਫਾਈਨੈਂਸ ਦੀ ਜਿਹੜੀ ਉਹ ਸਹੂਲਤ ਆਪਾਂ ਨੂੰ ਮਿਲ ਜਾਂਦੀ ਹੈ ਇਹਦੇ ਵਿੱਚ? ਅਸੀਂ ਦੇਖੋ ਅੱਜ ਤੁਸੀਂ ਦੇਖ ਰਹੇ ਹੋ ਬੋਰਡ ਤੇ ਲੱਗਿਆ SBI ਦਾ ਬੋਰਡ ਹੈਗਾ ਜੀ। ਇਹਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਥੋੜਾ ਜਿਹਾ, ਮਤਲਬ ਇਹਦੇ ਥੋੜਾ ਟਾਈਮ ਫੋਕਸ ਕਰੋ। ਭਾਰਤੀ ਸਟੇਟ ਬੈਂਕ ਵੱਲੋਂ ਬਿਨਾਂ ਮੌਰਗੇਜ, ਮਤਲਬ ਜ਼ਮੀਨ ਨੂੰ ਬਿਨਾਂ ਮੌਰਗੇਜ ਕੀਤੇ ਜਿਹੜਾ ਹੈਗਾ ਕੰਬਾਈਨ ਤੇ ਲੋਨ ਦਿੱਤਾ ਜਾਂਦਾ ਜੀ। ਇੰਪਲੀਮੈਂਟ ਜਿਹੜੇ ਸਾਡੇ ਹੈਗੇ ਆ, ਸੁਪਰ ਸੀਡਰ ਹੋ ਗਿਆ, ਰੋਟਾਵੇਟਰ ਹੋ ਗਿਆ, ਰੇਕ ਹੋ ਗਿਆ, ਜਿਹੜਾ ਬੇਲਰ ਦੇ ਅੱਗੇ ਚੱਲਦਾ ਪਰਾਲੀ ਨੂੰ ਗੱਠਾਂ ਬਣਾਉਣ ਤੋਂ ਪਹਿਲਾਂ ਲਾਈਨਿੰਗ ਦੇ ਵਿੱਚ ਲਾਉਂਦਾ ਜੀ। ਇਹ ਸਾਰੇ ਪ੍ਰੋਡਕਟਾਂ ਦੇ ਵਿੱਚ ਜਿਹੜਾ ਹੈਗਾ ਭਾਰਤੀ ਸਟੇਟ ਬੈਂਕ ਆਫ ਇੰਡੀਆ ਤੇ HDFC ਤੇ ਹੋਰ ਸਾਰੇ ਬੈਂਕ, ਜਿਵੇਂ ਪੰਜਾਬ ਗ੍ਰਾਮੀਣ ਬੈਂਕ ਹੋ ਗਿਆ, ਇੰਡੀਅਨ ਬੈਂਕ ਹੋ ਗਿਆ, ਸਾਰੇ ਬੈਂਕਾਂ ਵੱਲੋਂ ਇੱਕ ਸਕੀਮ ਹੈ ਸੈਂਟਰ ਗਵਰਨਮੈਂਟ ਦੀ,
ਠੀਕ ਹੈ ਜੀ। ਜਿਹਦੇ ਤੇ 90% ਤੱਕ ਲੋਨ ਹੋ ਸਕਦਾ ਜੀ। ਵਿਦ ਰੇਟ ਆਫ ਇੰਟਰਸਟ 6%। ਰੇਟ ਆਫ ਇੰਟਰਸਟ ਜਿਹੜਾ ਹੈਗਾ ਜੀ ਉਹ ਦੇਖੋ 9% ਰੇਟ ਆਫ ਇੰਟਰਸਟ ਹੈਗਾ। ਜੀ, ਠੀਕ ਇਹਦੇ ਤੇ ਸਟਾਰ ਲੱਗਾ, ਹਾਂਜੀ, ਕਿਉਂਕਿ ਜ਼ਿਆਦਾਤਰ ਬਾਅਦ ਦੇ ਵਿੱਚ ਕਮੈਂਟਸ ਤੁਹਾਨੂੰ ਆਉਣਗੇ ਵੀਡੀਓ ਦੇ ਵਿੱਚ ਕਿ ਬਿਲਕੁਲ ਸਟਾਰ ਸਰ, ਹੈਗਾ ਜੀ। ਹਾਂਜੀ ਹਾਂਜੀ ਉਹਦਾ ਮੈਂ ਤੁਹਾਨੂੰ ਹੁਣੇ ਕਲੀਅਰ ਕਰ ਦਿੰਦਾ ਕਿ ਇਹਦਾ ਜਿਹੜਾ ਵਿਆਜ ਹੈਗਾ ਉਹ 9% ਲੱਗੇਗਾ। ਠੀਕ ਹੈ ਜੀ। 9% ਦਾ ਸੈਂਟਰ ਗਵਰਨਮੈਂਟ ਦੀ ਸਕੀਮ ਹੈ। ਉਹ ਜੋ 3% ਜਿਹੜਾ ਹੈਗਾ Reduce ਹੋ ਤੁਹਾਨੂੰ ਰਿਵਰਸ ਆਏਗਾ, ਠੀਕ, ਅੱਛਾ ਵਾਪਸ ਆ ਜਾਣਾ ਵਾਪਸ ਆਏਗਾ। ਜੀ। ਜਿਵੇਂ ਕਿ Subsidy ਸੀਸੀ ਵਾਲਾ ਲਿਮਟ ਦੇ ਵਿੱਚ ਹੁੰਦਾ, ਕਿਸਾਨ ਨੂੰ ਜਿਵੇਂ 3 ਲੱਖ ਦੀ ਲਿਮਟ ਦੇ ਉੱਤੇ ਹੂੰ। 4% ਵਿਆਜ ਲੱਗਦਾ ਹੈ, ਜੀ ਜੀ 3% ਵਾਪਸ ਆਉਂਦਾ, ਲੱਗਦਾ 7 ਹੀ ਆ ਠੀਕ ਪਰ ਹੈ, ਉਹਦੇ ਵਿੱਚੋਂ 3% ਵਾਪਸ ਆਉਂਦਾ। ਵਾਪਸ ਆ ਜਾਂਦਾ ਉਹੀ ਸਕੀਮ ਬੈਂਕ ਨੇ ਦਿੱਤੀ ਹੈ ਕਿ ਤੁਸੀਂ ਕੋਈ ਵੀ ਫਾਰਮਰ ਆਪਣਾ ਬਿਜ਼ਨਸ ਤੋਰਨ ਲਈ ਜੀ। ਸਵੈ ਰੋਜ਼ਗਾਰ ਦੀ ਜਿਹੜੀ ਹੈਗੀ ਆ ਯੋਜਨਾ, ਠੀਕ ਹੈ ਇਹ ਸਾਰੀਆਂ ਬੈਂਕਾਂ ਤੋਂ ਹੈਗੀਆਂ। ਸਾਡੇ ਪ੍ਰੋਡਕਟ ਸਾਰਿਆਂ ਦੇ ਉੱਤੇ ਹੈਗੀ ਆ। ਜੀ। ਤੁਸੀਂ ਫਾਈਨਾਂਸ ਕਰਾਓ, ਖੁੱਲ ਕੇ ਫਾਈਨਾਂਸ ਕਰਾਓ। ਜਿਹੜਾ ਅੱਛਾ ਇਨਸਾਨ ਹੈ, ਜਿਹਦਾ ਸਿਬਲ ਵਧੀਆ ਹੈਗਾ, ਘੱਟ ਤੋਂ ਘੱਟ 10% ਜਿਹੜੀ ਆਪਾਂ ਨੂੰ ਪੇਮੈਂਟ ਹਾਂ ਕਰਨੀ ਬਿਲਕੁਲ, ਸਿਰਫ ਉਹਨੂੰ ਸਿਰਫ 10% ਤੁਸੀਂ ਆਪਣਾ Payment ਕਰਨੀ ਅਮਾਉਂਟ ਹੈ। ਕਰਨੀ ਹੈ। ਠੀਕ ਹੈ ਜੀ। ਬਾਕੀ ਦਾ ਹੈਗਾ 90% ਤੁਹਾਨੂੰ ਫਾਈਨਾਂਸ ਮਿਲ ਜਾਣਾ ਹੈ। ਜੀ ਬਿਲਕੁਲ ਬਹੁਤ ਵਧੀਆ ਅਪੋਰਚੁਨਿਟੀ ਹੈਗੀ ਆ। ਜਿਹੜੇ ਬੰਦੇ ਕੰਬਾਈਨ ਦਾ ਸੁਪਨਾ ਲੈ ਰਹੇ ਸੀ ਬਹੁਤ ਸਾਲਾਂ ਤੋਂ ਕਿ ਅਸੀਂ ਯਾਰ ਇੰਨੀ ਹਿਊਜ ਅਮਾਉਂਟ 8-10 ਲੱਖ ਰੁਪਇਆ ਇਕੱਠੀ ਨਹੀਂ ਕਰ ਸਕਦੇ, ਬਿਲਕੁਲ ਸਰ, ਬਿਲਕੁਲ ਉਹਨਾਂ ਨੂੰ ਇੱਕ ਚੰਗਾ ਮੌਕਾ ਹੈ। ਉਹ 10% ਜਿਹੜਾ ਕਿ 3 ਤੋਂ 4 ਲੱਖ ਰੁਪਇਆ ਦੇ ਕੇ ਮਸ਼ੀਨ ਦੀ ਮਾਲਕੀ ਤੇ ਆਪਣਾ ਓਨਰਸ਼ਿਪ ਕਰ ਸਕਦੇ ਆ, ਲੈ ਸਕਦੇ ਮਾਲਕ ਬਣ ਸਕਦੇ ਆ। ਇਹ ਬਹੁਤ ਵਧੀਆ ਸਰਕਾਰ ਵੱਲੋਂ ਇੱਕ ਸਕੀਮ ਦਿੱਤੀ ਗਈ ਹੈ। ਜੀ ਜੀ ਸਰ। ਆਪਾਂ ਕੰਬਾਈਨ ਤੋਂ ਬਿਨਾ ਬਾਕੀ ਇੰਪਲੀਮੈਂਟਰ ਤੇ ਵੀ ਇੰਨੀ ਹੋਏ ਸਕੀਮ ਆਪਾਂ ਨੂੰ? ਬਾਕੀ ਇੰਪਲੀਮੈਂਟਾਂ ਦੇ ਜੀ ਸਰਕਾਰ ਵੱਲੋਂ ਇਹੀ ਆ ਸਾਰਾ, ਜਿਵੇਂ ਸਾਡਾ ਸੁਪਰ ਸੀਡਰ ਤੁਸੀਂ ਦੇਖ ਰਹੇ ਹੋ, ਹਾਂਜੀ ਉਹ ਅੱਗੇ ਰੇਕ ਦੇਖ ਰਹੇ ਹੋ, ਰੋਟਾਵੇਟਰ ਦੇਖ ਰਹੇ ਹੋ। ਜੀ ਹਾਂ, ਇਹਦੇ ਚ ਇੱਕ ਕੌਜ਼ ਹੈਗਾ ਬੈਂਕ ਦਾ, ਜੇ ਤੁਸੀਂ ਕਰ ਇੰਪਲੀਮੈਂਟ ਤੇ ਤੁਸੀਂ ਲੋਨ ਲੈਣਾ ਜੀ। ਤਾਂ ਉਹਦੇ ਲਈ ਇੱਕ ਕੰਪਲਸਰੀ ਹੈ ਕਿ ਤੁਹਾਡੇ ਕੋਲ ਇੱਕ ਟਰੈਕਟਰ ਰਜਿਸਟਰਡ ਤੁਹਾਡੇ ਨਾਂ ਤੇ ਹੋਣਾ ਚਾਹੀਦਾ। ਠੀਕ ਹੈ ਜੀ। ਆਰਸੀ ਮਤਲਬ ਬੰਦੇ ਦੇ ਨਾਮ ਹੋਣੀ ਚਾਹੀਦੀ। ਤਾਂ ਕਰਕੇ ਉਹ ਜਿਹੜੇ ਹੈਗੇ ਇੱਕ ਇਹਦੇ ਵਿੱਚ ਕੋਈ ਰਜਿਸਟਰਡ ਪ੍ਰੋਡਕਟ ਨਹੀਂ ਹੈਗਾ। ਠੀਕ ਹੈ ਸਰ। ਸੁਪਰ ਸੀਡਰ ਹੈਗਾ, ਮਤਲਬ ਇਹ ਤਾਂ ਆਧਾਰ ਕਾਰਡ ਬੇਸਡ ਆਪਣਾ ਚੱਲਣਾ, ਕੋਈ ਹਾਂਜੀ, ਪਲੇਜ ਨਹੀਂ ਕਰਨੀ ਤੇ ਚਾਹੀਦੀ। ਤੁਹਾਡੇ ਕੋਲ ਟਰੈਕਟਰ ਹੈਗਾ, ਜੀ। ਟਰੈਕਟਰ ਦੇ ਨਾਲ ਤੁਸੀਂ ਉਹਨੂੰ ਆਪਣੀ ਰਜਿਸਟ੍ਰੇਸ਼ਨ ਦਿਖਾਓ ਬੈਂਕ ਨੂੰ, ਦਿਖਾਓ ਜੀ। ਤੇ ਉਹ ਇਹਦੇ ਤੇ ਉਦਾਂ ਹੀ 90% ਲੋਨ ਲੈ ਸਕਦੇ ਹੋ। ਠੀਕ ਹੈ ਸਰ। ਇਸੇ ਤਰ੍ਹਾਂ ਸਾਡਾ ਮੱਕੀ ਵਾਲਾ ਕਟਰ ਹੈ ਜੀ। ਜੀ। ਕਈ ਕਿਸਾਨਾਂ ਨੂੰ ਇਹ ਸਾਡੇ ਕੋਲ ਕਾਲਸ ਆਉਂਦੀਆਂ ਨੇ, ਮੈਂ ਕਲੀਅਰ ਕਰ ਦਿੰਦਾ। ਜਿਵੇਂ ਕਹਿੰਦੇ ਆ ਜੀ ਕੱਲਾ ਮੱਕੀ ਵਾਲਾ ਕਟਰ ਲੈਣਾ ਜੀ, ਉਹਦੇ ਤੇ ਕੀ ਲੋਨ ਹੋ ਜਾਏਗਾ, ਬਹੁਤ ਬੰਦਿਆਂ ਦੇ ਸਾਨੂੰ ਸਵਾਲ ਆਉਂਦੇ ਆ। ਤੇ ਇਹਦੇ ਚ ਮੈਂ ਤੁਹਾਨੂੰ ਵੈਰੀ ਕਲੀਅਰ ਕਰਦਾ ਕਿ ਉਹੀ ਇੱਕ ਤੁਹਾਨੂੰ ਰਜਿਸਟ੍ਰੇਸ਼ਨ ਦੀ ਜਿਹੜੀ ਮੈਂ ਕਹੀ ਹੈ, ਜੇਕਰ ਤੁਹਾਡੇ ਕੋਲੇ ਕਿਸੇ ਵੀ ਕੰਪਨੀ ਦੀ ਕੰਬਾਈਨ ਦੀ ਰਜਿਸਟ੍ਰੇਸ਼ਨ ਤੁਹਾਡੇ ਤੇ ਨਾਂ ਤੇ ਹੈਗੀ ਹੈ ਜੀ, ਤਾਂ ਤੁਸੀਂ ਮੱਕੀ ਵਾਲੇ ਹੈਡਰ ਤੇ ਵੀ ਲੋਨ ਕਰਾ ਸਕਦੇ। ਠੀਕ ਹੈ ਸਰ। ਠੀਕ ਹੈ, ਮਤਲਬ ਆਪਾਂ ਸੈਪਰੇਟ ਲੈ ਸਕਦੇ ਹਾਂ, ਸੈਪਰੇਟ ਕਿਸੇ ਵੀ ਮਸ਼ੀਨ ਤੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਉਨੇ ਆ ਹੈਡਰ। ਇਹ ਨਹੀਂ ਹੈਗਾ ਕੱਲੀ ਕਰਤਾਰ ਦੀ ਦਿਆਂਗੇ ਜੀ। ਤੁਹਾਡੇ ਕੋਲੇ ਕਿਸੇ ਵੀ ਕੰਪਨੀ ਦੀ ਕੰਬਾਈਨ ਹੈਗੀ ਹੈ ਤਾਂ ਤੁਸੀਂ ਸਾਡਾ ਹੈਡਰ ਯੂਜ਼ ਕਰ ਸਕਦੇ ਆ। ਉਹਦੇ ਰਿਜ਼ਲਟ ਤੁਹਾਨੂੰ ਸਾਡੇ ਫਾਰਮਰਸ ਨੇ ਦੱਸਿਆ, ਜਿਹੜੇ ਆਲਰੇਡੀ ਯੂਜ਼ ਕਰ ਰਹੇ ਆ, ਚਲਾ ਰਹੇ ਆ। ਇਹ ਅਸੀਂ ਬਾਹਰਲੀ ਤਕਨੀਕ ਦੇ ਨਾਲ ਪਿਛਲੇ 2 ਸਾਲਾਂ ਤੋਂ ਬਹੁਤ ਮਤਲਬ ਵੱਡੇ ਪੱਧਰ ਤੇ ਇਹਦੇ ਚ ਸੁਧਾਰ ਕੀਤੇ ਆ। ਜੀ ਜੀ ਜੀ। ਤੇ ਹੁਣ ਕਾਫੀ ਜ਼ਿਆਦਾ ਪਸੰਦ ਕਰ ਰਹੇ ਆ। ਉਹੀ ਸੇਮ 80 ਤੋਂ 90% ਲੋਨ ਉੱਤੇ ਵੀ ਤੁਹਾਨੂੰ ਮਿਲੇਗਾ। ਠੀਕ ਹੈ ਪਰ ਉਹਦਾ ਇੱਕੋ ਹੀ ਕਾਜ਼ ਹੈ, ਤੁਹਾਡੇ ਨਾਂ ਤੇ ਕਿਸੇ ਵੀ ਕੰਬਾਈਨ ਦੀ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਹੈ। ਰਜਿਸਟ੍ਰੇਸ਼ਨ ਜ਼ਰੂਰੀ ਜੀ। ਤੇ ਆਪਣਾ YouTube ਤੇ ਫੇਮਸ ਬਾਈ ਨਿੰਦਰ ਦੱਤੋਂ, ਹਨਾ? ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਆਪਣੇ ਨਾਲ ਇਸ ਟਾਈਮ ਅੱਜ ਇਹਨਾਂ ਨੂੰ ਵੀ ਇਨਵਾਈਟ ਕਰਿਆ ਵਾ ਸੀ ਇੱਥੇ, ਹਨਾ, ਕਰਤਾਰ ਵਾਲਿਆਂ ਦੇ। ਤੇ ਬਾਈ ਆਪਾਂ ਇਹਦੇ ਬਾਰੇ ਮਾੜਾ ਜਿਹਾ ਦੱਸਣਾ ਆਪਾਂ ਨੇ। ਤੈਨੂੰ ਕਿਵੇਂ ਲੱਗਦਾ ਸਿਸਟਮ ਪਾਸ ਹੈ? ਸਿਸਟਮ ਬਾਈ ਆਏ ਆਪਾਂ ਹੁਣ ਲੈ ਕੇ ਜਾਵਾਂਗੇ ਇਹ ਮਾਡਲ, ਤਾਂ ਜਾ ਕੇ ਇਹਨੂੰ ਖੇਡਾਂਗੇ। ਹਾਂ, ਖੇਤ ਦੇ ਵਿੱਚ ਫੀਲਡ 'ਚ ਚੱਲੇ ਤੇ ਅਸਲ 'ਚ ਹੁੰਦਾ ਇਹਨੂੰ ਚਲਾਵਾਂਗੇ। ਪਰ ਜਿਹੜੇ ਸਿਸਟਮ ਗੱਲ ਦੇਖਿਆ ਕਿ ਜਾਇਆ ਨਾ ਮਸ਼ੀਨ ਤਿਆਰ ਹੋਈ ਹੈ ਇਹ ਵੀ ਮਸ਼ੀਨ ਇਹ ਬਹੁਤ ਵਧੀਆ ਬਾਹਰਲੀ ਟੈਕਨੋਲੋਜੀ ਹੈ, ਜਿਹੜੀ ਜਿਵੇਂ ਬਾਹਰਲੀਆਂ ਕੰਟਰੀਆਂ 'ਚ ਉਹਨਾਂ ਦੇ ਉਹਦੇ ਉੱਤੇ ਤਿਆਰ ਕੀਤੀ ਗਈ ਹੈ ਮਸ਼ੀਨ। ਬਿਲਕੁਲ ਬਿਨਾਂ ਕਲੱਚ ਤੇ। ਜਿਵੇਂ ਮੰਨ ਲਓ ਆਪਾਂ ਕਾਰ ਹੁੰਦੀ ਆ ਗੱਡੀ ਆਪਾਂ ਬਿਨਾਂ ਆਟੋ ਗੇਅਰ ਵਾਲੀ ਚਲਾਉਂਦੇ ਆ ਤਾਂ ਵੱਖਰਾ ਹੀ ਸਵਾਦ ਆਉਂਦਾ। ਉਹੀ ਚੀਜ਼ ਆ ਗਈ, ਸਿਸਟਮ ਇਹਦਾ ਹੋਊਗਾ। ਠੀਕ ਹੈ। ਕਹਿਣ ਦਾ ਭਾਵ ਜਿਹੜੀ ਕਰਤਾਰ ਕੰਪਨੀ ਨੇ ਗੱਡੀ ਤਿਆਰ ਕਰੀ ਆ, ਬਹੁਤ ਜਣੀ ਸਿਰਾ ਹੀ ਕਰਾਤਾ। ਆਪਾਂ ਗੇਅਰ ਗੂਰ ਦੀ ਗੱਲ ਕਰੀਏ, ਹਾਂਜੀ ਸੇਮ ਆ 51 ਇੰਚੀ ਖੜੀ ਆ ਆਪਣੇ ਕੋਲ, ਉਹੀ ਕੁਛ ਹੈ ਜਾਂ ਫਰਕ ਹੈ? ਵੀ ਥੋੜਾ ਬਹੁਤਾ ਫਰਕ ਆ, ਉਧਰ ਨੂੰ ਦਿਖਾਉਂਦਾ ਤੁਹਾਨੂੰ ਫਰਕ। ਚਲੋ ਬਾਕੀ ਜਿਹੜਾ ਆਪਾਂ ਬੈਲਟਾਂ ਬੋਲਟਾਂ ਦੇ ਚੱਕਰਾਂ 'ਚ ਫਿਰੀ ਜਾਂਦੇ ਨੇ। ਆ ਬੈਲਟ ਵਾਲ ਤਾਂ ਚਲੋ ਢਾਂਸ ਚੱਕਦਾ ਆਪਾਂ ਨੂੰ, ਹਨਾ? ਇੱਕ ਰਾਤ ਨੂੰ ਮਸ਼ੀਨਾਂ ਲੈ ਕੇ ਸਾਡੀਆਂ 2 ਬੈਲਟਾਂ, ਇੱਕ ਬੈਲਟ ਜਾਂਦੇ ਹੋਏ ਟੁੱਟੀ, ਇੱਕ ਬੈਲਟ ਟੁੱਟੀ ਆਉਂਦੇ ਹੋਏ। ਇਹ ਫਿਰ 4-5000 ਤਾਂ ਖਰਚ ਹੀ ਆ ਗਿਆ। ਹਾਂ, ਪਰ ਜਿਹੜੀ ਹੁਣ ਹਾਈਡ੍ਰੋਲਿਕ ਸਿਸਟਮ ਹੋ ਗਿਆ, ਇਹ ਸਭ ਤੋਂ ਵਧੀਆ ਸਿਸਟਮ ਹੋ ਗਿਆ। ਇਹ ਮਨ ਖੁਸ਼ ਹੋ ਗਿਆ ਮੇਰਾ ਦੇਖ ਕੇ ਮਸ਼ੀਨ ਨੂੰ। ਬਾਕੀ ਜਿਹੜਾ ਬੈਲ ਹੋ ਜਾਂਦੇ ਦੇਖ ਲਓ, ਆਪਾਂ ਰੌਲਾ ਪਾਈ ਜਾਂਦੇ ਬੈਰਿੰਗ ਟੁੱਟ ਗਿਆ, ਆਵਾਜ਼ ਕਰਦਾ, ਉਹਦਾ ਲਫੜਾ ਹੀ ਖਤਮ ਹੋ ਗਿਆ ਬੈਲ ਹੋ ਜਾਂਦਾ। ਉਹਦਾ ਤਾਂ ਰੌਲਾ ਹੀ ਚੱਕਤਾ, ਹਨਾ? ਬਿਲਕੁਲ। ਜਿਹੜਾ ਸਿਸਟਮ ਆ ਹੁਣ ਚੱਲੂਗਾ। ਹਾਂ ਬਿਲਕੁਲ। ਜਿਹੜਾ ਗੇਅਰ ਵਾਲੀ ਗੱਲ ਕਰਦੇ ਸੀ, ਕਲੱਚ ਤਾਂ ਜ਼ੀਰੋ ਹੀ ਕਰਤਾ। ਬਿਨਾਂ ਕਲੱਚ ਫ੍ਰੀ ਮਸ਼ੀਨ ਕਰਤੀ। ਕਲੱਚ ਦਾ ਤਾਂ ਰੋਲ ਹੀ ਨਹੀਂ ਵਿੱਚ ਇਹਦੇ। ਕਲੱਚ ਦਾ ਰੋਲ ਨਹੀਂ, ਬਾਕੀ ਗੇਅਰ ਸਿਸਟਮ ਤਾਂ ਹੈਗਾ ਅੱਗੇ ਆ। ਜਿਹਨੇ ਮੋਮਬੱਤੀ ਸ਼ਾਫਟ ਆ ਜਿਹੜੀ, ਉਹਦੇ ਵਾਲਾ ਸਿਸਟਮ ਆ। ਇਹ ਸਿੱਧੀ ਮੋਟਰ ਲਾਤੀ ਦੀ ਜਾ ਕੇ। ਠੀਕ ਹੈ, ਠੀਕ ਹੈ। ਇਹ ਸਿਸਟਮ ਆ ਗਿਆ ਉੱਥੇ ਤੇ ਅੱਛਾ, ਬਾਕੀ ਤਾਂ ਹੁਣ ਟੋਟਲੀ ਆਪਾਂ ਦੱਸੀ ਵੀ ਆ ਮਸ਼ੀਨ ਦੀ, ਹੈ ਨਾ? ਕੁਆਲਿਟੀ ਪੱਖੋਂ ਤਾਂ ਕਹਿਣ ਦੀ ਲੋੜ ਨਹੀਂ ਨਾ ਕਿਸੇ ਨੂੰ। ਹੁਣ ਆਪਾਂ ਚਲਾਉਨੇ ਇਹਨੂੰ, ਮਸ਼ੀਨ ਵਧੀਆ ਚੱਲਦੀ ਆ, ਨਾ ਰਿਵਿਊ ਦੇਣ ਦੀ ਲੋੜ ਆ ਫਾਲਤੂ, ਕਿ ਨਹੀਂ ਆਪਾਂ ਨੂੰ? ਹਾਈਡ੍ਰੋਲਿਕ ਔਗਰ ਆ, ਉਹ ਦੇਖੋ
ਜਿਹੜਾ ਇਹਦਾ ਲੋਡ ਨਹੀਂ ਆਪਾਂ ਨੂੰ ਲੌਕ ਲਾਉਣ ਦੀ ਵੀ ਇਹਦਾ ਬਟਨ ਔਗਰ ਲੱਗ ਗਿਆ ਉੱਚੀ ਤੇ ਖੁੱਲੇ ਜਾਣਾ। ਬਿਲਕੁਲ ਜੀ। ਇਹ ਕੰਬਾਈਨ ਹੈ ਜਿਹੜੀ ਮਤਲਬ ਅੱਜ ਐਗਜ਼ੀਬਿਸ਼ਨ ਤੇ ਇੱਥੇ ਖੜੀ ਸੀ, ਤਾਂ ਇਹਦੇ ਮਤਲਬ ਆਪਾਂ ਓਨਰ ਨਾਲ ਗੱਲਬਾਤ ਕਰਾਉਂਦੇ ਆ। ਇਹ ਮਹਾਰਾਸ਼ਟਰ ਚੱਲੀ ਹੈ ਨਾ ਜੀ? ਮਹਾਰਾਸ਼ਟਰ। ਸਭ ਤੋਂ ਪਹਿਲਾਂ ਸਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨਵੀਂ ਹਾਰਵੈਸਟਰ ਦੀ। ਸਰ ਮਤਲਬ ਤੁਸੀਂ ਹੁਣ ਫਿਲਹਾਲ ਇਹ ਕਰਤਾਰ 4000 ਦਾ ਮਾਡਲ ਲਿਆ, ਇਹ 'ਚ ਤੁਹਾਨੂੰ ਕੀ ਡਿਫਰੈਂਟ ਲੱਗਿਆ ਵੀ ਜਿਹੜਾ ਮਤਲਬ ਤੁਸੀਂ ਕਰਤਾਰ 4000 ਦਾ ਇਹ ਮਾਡल? सर जी देखिए, मैं करतार के साथ 2010 या 11 से जुड़ा हूँ जी। मैं पहले एक किसान बनकर फैक्ट्री में आया था जब मैंने पहली कंबाइन ली थी 2011 में, जी। तो वो चलाई मैंने, उसकी बहुत अच्छी रिस्पांस मिली मेरे को ग्राहकों से, किसानों से, वो बहुत बढ़िया चली। उसके बाद मैंने 15-16 तक वो कंबाइन चलाई। 15 में मैंने करतार की डीलरशिप ले ली महाराष्ट्र में, नासिक डिस्ट्रिक्ट में। ठीक है। येवला तहसील में श्री गणेश हार्डवेयर के नाम से है। हाँ, तो मैं हमारी एक डीलर मीट थी अगस्त महीने में, अब 2022 में। ठीक है। तो हमने एमडी साहब से कहा कि सर कोई कंबाइन ऐसी हो जो फॉरेन में चलती है, उस हिसाब से कंबाइन हमें वो जो जॉयस्टिक पे चले, हाइड्रोलिक सिस्टम पे चले। तो उन्होंने उस जो बात को मन पे लेकर ये कंबाइन बना दी उन्होंने। ये ਜਿਹੜਾ ਆਪਣਾ ਨਵਾਂ ਮਾਡਲ ਤੁਸੀਂ हाँ, ਪਿੱਛੇ ਦੇਖ ਰਹੇ नवा हो। जो ये मॉडल है डीलक्स हाइड्रो प्लस। ठीक है जी। हाँ, ये मॉडल बनाया। तो ये बनाया तो उन्होंने मेरे को तुरंत फोन कर दिया, लो जी आपकी गाड़ी ਵੀ रेडी ਆਪਕੀ हो। ਇਹ ਹੁਣ ਮਤਲਬ ਪਹਿਲੀ ਕੰਬਾਈਨ ਹੈ ਜਿਹੜੀ ਹਾਂ, ਤੁਹਾਡੇ ਹਾਂ, ਆਪਕੇ ਪਾਸ ਜਾ ਰਹੀ ਹੈ ਹਾਂ। ਨਾ? ਬਿਲਕੁਲ ਜੀ। हाँ ਤੇ ਸਰ ਆਪਾਂ ਇੱਕ ਵਾਰ ਫੀਚਰ ਦੀ ਗੱਲ ਕਰੀਏ ਨਾ, ਜਿਵੇਂ ਮਤਲਬ ਤੁਸੀਂ ਪਹਿਲਾਂ ਵੀ ਕਰਤਾਰ ਦੀ ਜਿਵੇਂ ਹਾਂ। ਕਹਿ ਰਹੇ ਹੋ ਡੀਲਰਸ਼ਿਪ ਹੈ ਨਾ ਤੁਹਾਡੇ ਹਾਂ। ਕੋਲ, ਤਾਂ ਇਹਦੇ ਵਿੱਚ ਤੁਹਾਨੂੰ ਕੀ ਕੀ ਬਦਲਾਅ ਆਏ ਜਿਹੜੇ ਉਹ ਦੇਖਣ ਨੂੰ ਮਿਲੇ ਆ? जैसे सर जी इसमें पहले क्लच आता था। हाँ जी। हाँ, क्लच के साथ क्लच दबा के गियर डालना पड़ता था, और जो गिल्ले में चलती थी गाड़ी तो धस जाती थी, उसमें निकालने में बिल्कुल। दिक्कत पड़नी थी। क्लच की अभी जो बेल्ट का उसका खर्चा बच जाना है। हाँ, खर्चा तो अपनी क्लच प्लेट से वो भी हाँ, से और ज्यादा वो भी सेटिंग वगैरह कोई खिंचाई भी बेटर होगी। हाँ, बेटर हो गई। अभी बिल्कुल। जो पहले थी वो बेल्ट से चलती जी। थी, अभी ये ऑयल से चल रही है, जैसे हाँ। प्रेशर से चल रही है। प्रेशर चल रही है। हाँ, और जो गियर बदलने चेंज करने में टाइम जाता था वो टाइम बच ये जाएगा। मतलब जो चैन वाली होती है वैसा बिल्कुल सेम फीचर करती हाँ, है ना सेम इसमें सी भी, फीचर है ना? जैसे वो वर्क करती है वैसे ही है। वैसे ये वर्क लेकिन इसका कटर साइज बड़ा है तो मतलब टर्न लेने में थोड़ा जल्दी करेगी, करेगी। है ना? बिल्कुल। तो अभी मतलब जाके इसको सीजन पे पूरा अभी तो चल रहा होगा सीजन हाँ, वहाँ पे? अभी महाराष्ट्र में सीजन चल रहा है सर, अभी जाकर इसमें फील्ड में उतरवाना है इसको हाँ। जाकर अभी। ठीक है जी। हाँ। अभी लेटेस्ट है ना, अभी इसका चलते का भी वीडियो है ना, वो जल्दी ਤੁਹਾਨੂੰ ਦਿਖਾਵਾਂਗੇ। ਤਾਰ 51 ਇੰਚੀ ਹੈ ਜਿਹੜੀ, हाँ, ਉਹਦੇ ਨਾਲੋਂ ਕੀ ਫਰਕ ਹੈ ਇਹਦਾ? ਦੇਖਣ ਨੂੰ ਸਾਈਜ਼ ਛੋਟੀ ਹੈ ਇਹ, देखो नो साइज छोटी काम सर जी। कितना के करती हाँ, है? काम तो उदय बराबर ही करती है, उसके बराबर में ही काम कर रही है। जैसे कि जो बड़ी कंबाइन है जिस रास्ते जाती है हाँ। वो बड़े रास्ते ही लगते हैं उसके, जैसे महाराष्ट्र में रास्ते कंजेस्टेड है। यही थोड़ी हाँ, दिक्कत आती है हाँ, रास्ते का, रास्तों की दिक्कत है, इसलिए ये 41 कंबाइन जो हमने ली है। इंच वाली। और पहले भी यही चलती थी हमारे वहाँ अच्छा 41। उधर भी यही चल रहा हाँ, था। 41 मॉडल है। जी बिल्कुल। हाँ। ये और क्या मतलब अभी बदलाव जो लग रहा है? पहले करतार आती थी उसमें 4 गियर आते थे। जी। हाँ, अभी इसमें 6 गियर आ रहे हैं सर। 6 और गियर हो गए Contomax इसमें। and Synchromax हाँ, gear जो box, ट्रैक्टर हाँ, में आता है कांस्टेंट मैच। हाँ, वो उसके कारण इसका साउंड वगैरह कुछ आता नहीं है। हम्म। और गियर बहुत हेवी और सिंगल पैडल दे रखा है। जी। ब्रेक वगैरह ऑयल ब्रेक है, इसलिए ब्रेक भी बहुत जबरदस्त लगते हैं सर। ब्रेक भी बहुत, ऑयल मस्ट ब्रेक हो गए। हाँ। जैसे मतलब फ्लैट में भी बेल्ट बुल्ट वगैरह लगा दी है ना, उससे आपको कितना बेनिफिट लग रहा है अभी इससे होगा बेल्ट के? बेनिफिट सर जी आप मान लो जो पहले 70-80% था, अभी 100-110 के बराबर बेनिफिट हो बेनिफिट हो गया। हाँ। चौक होने की तो दिक्कत चौक है ही होने की दिक्कत नहीं, क्वालिटी में तो पहले ही बढ़िया थी, और हाँ। इससे और प्लस हो नहीं। और जाएगी। प्लस होगी जो बेल्ट का ग्रिप पड़ गया। ग्रिप बढ़ गया। जी बिल्कुल, उससे जनी आया अभी और ज्यादा जो स्ट्रॉन्ग होके इंजन चलेगी। वगैरह गिल्ले में जाकर लोड लेना था वो बिल्कुल लोड वगैरह नहीं लेगा सर। बिल्कुल सर। हाँ। अभी जैसे ऑपरेट करना है, हाँ। आम नॉर्मल बंदा वही ट्रेवल ऑपरेट करेगा या इसके लिए स्पेशल से सर ट्रेनिंग भी पहले ये ले? तो आम नॉर्मल बंदा एक बार इसके हाथ में 1-2 दिन लगने में टाइम लग जाएगा। जी, जी, लेकिन जी। एक बार इसके हाथ में लग गए तो वो दूसरी गाड़ी ही नहीं चलाएगा, यही गाड़ी चलाएगा। यही वाली गाड़ी हाँ, चलेगी। एकदम आसान नहीं चलाने के लिए। जी, जब आगे मूव करोगे, फॉरवर्ड करोगे तो आगे भागेगी, पीछे फॉरवर्ड करोगे तो पीछे तो भाग। ਪਿੱਛੇ हाँ। ਬਿਲਕੁਲ। ਤੇ ਬਾਕੀ ਤਕਰੀਬਨ ਕੰਬਾਈਨ ਦੇ ਤੁਸੀਂ ਬਲੌਗ ਪਹਿਲਾਂ ਬਹੁਤ ਦੇਖ ਚੁੱਕੇ ਹੋ, ਰਿਵਿਊ ਬਹੁਤ ਦੇਖ ਚੁੱਕੇ ਹੋ। ਆਪਾਂ ਇਹਦੀ ਕੋਈ ਕਲਰ ਕੁਆਲਿਟੀ ਦੀ ਨਹੀਂ ਆਪਾਂ ਗੱਲ ਕਰਨੀ ਵੀ ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਕਲਰ ਦੀ ਕੁਆਲਿਟੀ ਤੇ ਬਾਕੀ ਜੋ ਇਹਦੇ ਵਿੱਚ ਮਟੀਰੀਅਲ ਵਰਤ ਰਹੇ ਨੇ ਹੈ ਨਾ। ਸੋ ਆਪਾਂ ਇਹ ਗੱਲਾਂ ਨਾਰਮਲ ਨੇ, ਆਪਾਂ ਵਿੱਚ ਵੀਡੀਓ ਦੇ ਐਡ ਅਪ ਕਰਕੇ ਆਪਾਂ ਟਾਈਮ ਵੇਸਟ ਹੈ ਜਿਹੜਾ ਨਹੀਂ ਕਰਿਆ। ਸੋ ਜਿਹੜੀ ਯੂਨੀਕ ਆਈ ਹੈ, ਲੇਟੈਸਟ ਟੈਕਨੋਲੋਜੀ ਆਈ ਹੈ, ਆਪਾਂ ਨੇ ਉਹ ਅੱਜ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੱਧ ਤੋਂ ਵੱਧ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਓ। ਤੇ ਬਾਕੀ ਸਾਨੂੰ ਇੱਕ ਵਾਰ ਫਿਰ ਤੋਂ ਮੁਬਾਰਕਾਂ ਬਹੁਤ ਬਹੁਤ। धन्यवाद ਠੀਕ ਹੈ सर ਜੀ, जी। ਓਕੇ ਸਰ। ਠੀਕ ਹੈ ਜੀ, ਮਿਲਦੇ ਹਾਂ ਅਗਲੇ ਬਲੌਗ ਦੇ ਨਾਲ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।